ਉਲਟਾ ਜਦੋਂ ਤੁਸੀਂ ਇਹਦੇ 'ਚ ਅਸੀਂ ਮੁਸਲਮਾਨ ਹਾਂ, ਹਾਂਜੀ, ਇਹ ਮੁਸਲਮਾਨ ਹੁੰਦੇ ਨੇ, ਹਾਂਜੀ। ਔਰ ਨੁਸਰਤ ਜਹਾਂ ਬੇਗਮ ਨੂੰ ਇਹਨਾਂ ਨੇ ਕੀ ਦਰਜਾ ਦਿੱਤਾ ਹੈ? ਕਿਤਾਬ ਦਾ ਨਾਮ ਹੈ ਸੀਰਤ ਹਜ਼ਰਤ ਸੈਯਦਾ ਨੁਸਰਤ ਜਹਾਂ ਬੇਗਮ। ਸ਼ੇਖ ਮਹਮੂਦ ਅਹਿਮਦ ਅਰਫਾਨੀ ਤੇ ਸ਼ੇਖ ਯਕੂਬ ਅਲੀ ਅਰਫਾਨੀ ने रल के लिखी ये किताब, तो सफ़ा नंबर 198 में आंदा खुदा ने तमाम जहान की मदद के लिए मेरे ख़ानदान की बुनियाद डाली है। अगे जाके आंदा है क्योंकि खुदा ताला इस नुसरत जहां बेगम को इस ज़माने की खतीजा और आयशा बनाना चाहता था, और ये लड़की कल को ऐसे शख्स की बीवी बनेगी जिसे खुदा ताला ने बरोज़े मोहम्मद ठहराया है, और इस तरह वो इस ज़माने मोमिनीन का खिताब भी है। ए इनू आयशा ते खतीजा समझदे जे? नच्छो बेगम नू जिहड़ी हकीम नूरे दी लोंडी है। अस्तगफिरुल्लाह 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 ला हौल वला कुव्वत हाँ जी, आप साहिबान गल करो जी, मैं बैठा हूँ। ਮੁਫਤੀ ਸਾਹਿਬ ਮੈਂ ਇਹੀ ਪੇ ਗੱਲ ਕਰਨਾ ਸਾਂ ਕਿ ਇਹ ਜਿਹੜੀ ਅਸਾਬੇ ਅਹਿਮਦ ਹੈ ਨਾ, ਇਹਦੇ ਵਿੱਚ ਮਿਰਜ਼ੇ ਨੇ ਆਪਣੀ ਸੁਹਾਗ ਰਾਤ ਦਾ ਜ਼ਿਕਰ ਕੀਤਾ ਹੈ, ਠੀਕ ਹੈ। ਜਦੋਂ ਇਹਦਾ ਵਿਆਹ ਹੋਣ, ਮੁਫਤੀ ਸਾਹਿਬ ਥੋੜਾ ਜਿਹਾ ਮੈਂ ਪਿੱਛੇ ਲੈ ਕੇ ਜਾਵਾਂਗਾ ਕਿ ਨਿੱਛੋ ਬੇਗਮ ਜਿਹੜੀ ਸੀ ਨਾ, ਨਿੱਛੋ ਬੇਗਮ ਦੀ ਮਾਂ ਸੀ ਸੈੱਟ ਮਿਰਜ਼ੇ ਦੇ ਵੱਡੇ ਭਰਾ ਨਾਲ, ਤੇ ਜਦੋਂ ਇਹ ਉੱਥੇ ਜਾਂਦੇ ਸਨ ਨਾ, ਤੇ ਨਿੱਛੋ ਬੇਗਮ ਦੀ ਮਾਂ ਜਿਹੜੀ ਏ ਉਹ ਰੋਟੀ ਦੇ ਕੇ ਤੇ ਭੇਜਦੀ ਸੀ ਨਿੱਛੋ ਨੂੰ ਮਿਰਜ਼ੇ ਦੇ ਕੋਲ। ਇਹ ਵੀ ਇੱਕ ਪਹਿਲੀ ਲਵ ਸਟੋਰੀ ਹੈ ਜੇ, ਦੂਜੀ ਬਾਅਦ ਚ ਮੁਹੰਮਦੀ ਬੇਗਮ ਵਾਲੀ ਆਈ ਸੀ। ਲੇਕਿਨ ਨਿੱਛੋ ਬੇਗਮ ਦੀ ਸ਼ਾਦੀ ਨਹੀਂ ਸੀ ਹੁੰਦੀ, ਤੇ ਮਿਰਜ਼ੇ ਨੇ ਜਨਾਬ ਹੱਥ ਲਿਖਿਆ ਨਿੱਛੋ ਦੀ ਮਾਂ ਨੂੰ ਕਿ ਇਹਦੀ ਜੇ ਸ਼ਾਦੀ ਨਹੀਂ ਹੁੰਦੀ ਤੇ ਮੈਂ ਕਰ ਲੈਂਦੀ ਹਾਂ। ਤੇ ਉਹਦੀ ਮਾਂ ਕਹਿੰਦੀ ਹੈ ਕਿ ਤੂੰ ਬੁੱਢਾ ਖੂਸਟ ਤੇ ਮੇਰੀ ਕੁੜੀ ਯੰਗ, ਤੇ ਮੈਂ ਤੇ ਲਾਨਤ ਵੀ ਨਹੀਂ ਪਾਉਂਦੀ। ਲੇਕਿਨ ਗੱਲ ਉੱਥੇ ਆ ਜਾਂਦੀ ਹੈ ਕਿ ਮਾਂ ਉਹ ਬੜੇ ਮੀਆਂ ਛੋਟੇ ਮੀਆਂ ਸੁਭਾਨ ਅੱਲਾ ਹੈਂ। ਇਹ ਨਿੱਛੋ ਜਿਹੜੀ ਸੀ ਇਹਦੀਆਂ ਹਰਕਤਾਂ ਹੀ ਨਹੀਂ ਸਨ ਇਹੋ ਜਿਹੀਆਂ ਕਿ ਕੋਈ ਪਿੰਡ 'ਚ ਕੋਈ ਲੈਂਦਾ, ਤੇ ਜਿਹੜਾ ਕੋਈ ਰਿਸ਼ਤਾ ਵੀ ਆਉਂਦਾ ਸੀ ਉਹ ਕਹਿੰਦੇ ਹਨ ਕਿ ਕੁੜੀ ਤੇ ਬਹੁਤ ਚਲਦੀ ਜੇ। ਐਨੀਵੇ ਉਹ ਸਾਲ ਪੂਰਾ ਨਿੱਛੋ ਬੇਗਮ ਦੀ ਮਾਂ ਨੇ ਵੇਟ ਕੀਤਾ ਕਿ ਨਿੱਛੋ ਦਾ ਕਿਧਰੇ ਵਿਆਹ ਹੋ ਜੇ। ਉਹ ਨਾ ਹੋਇਆ ਤੇ ਫਿਰ ਮਿਰਜ਼ੇ ਨੂੰ ਨਿੱਛੋ ਨੇ ਹੱਥ ਲਿਖਿਆ, ਨਿੱਛੋ ਦੀ ਮਾਂ ਨੇ ਹੱਥ ਲਿਖਿਆ ਕਿ ਆ ਜਾ ਤੇ ਤੂੰ ਕਰ ਲੈ ਵਿਆਹ। ਤੇ ਇਹਨੇ ਜਦੋਂ ਜ਼ਿਕਰ ਕੀਤਾ ਨਾ ਕਿ ਮੇਰੀ ਪਹਿਲੀ ਵਹੁਟੀ ਨੂੰ ਨਾ ਦਸੀਓ ਤੇ ਮੈਂ ਕਰਨ ਲੱਗਾ ਦੂਜਾ ਵਿਆਹ, ਰੋ ਧੋ ਕੇ ਤੇ ਚੁੱਪ ਕਰ ਜਾਏਗੀ। ਤੇ ਉਹ ਇੱਕ ਮਰੀਦ ਉੱਠਿਆ ਤੇ ਕਹਿੰਦਾ ਕੰਜਰਾ ਪਿਛਲੇ 2 ਮਹੀਨੇ ਤੋਂ ਮਰਦਾਨਾ ਤਾਕਤ ਦੀਆਂ ਗੋਲੀਆਂ ਤੈਨੂੰ ਮੈਂ ਖਵਾਨਾ। ਹਿਸਾਬੇ ਅਹਿਮਦ ਸਫਾ ਨੰਬਰ 31 ਤੇ 32 ਮਿਰਜ਼ਿਓ 32 ਹੁਣ ਲਵੋ। ਅੱਛਾ, ਉਹ ਸਰਕਾਰ ਜਦੋਂ ਕੀ ਕਹਿੰਦੇ ਨੇ ਉਹ ਮਰਜ਼ਈ ਉਹ ਮਰੀਦ ਕਹਿੰਦਾ ਕਿ 2 ਮਹੀਨੇ ਹੋ ਗਏ ਨੇ ਮੈਂ ਤੈਨੂੰ ਗੋਲੀਆਂ ਦੇਣਾ ਤੇ ਅਫਾਕਾ ਨਹੀਂ ਤੈਨੂੰ ਪਿਆ ਹੁੰਦਾ, ਤੇ ਅੱਗੋਂ ਤੋਂ ਦੂਸਰੀ ਲੈ ਕੇ ਤੁਰਨਾ ਪਿਆ। ਉਹਦੇ ਤੋਂ ਬਾਅਦ ਜਨਾਬ ਕੀ ਕਹਿੰਦੇ ਨੇ ਮਿਰਜ਼ੇ ਨੇ ਫਿਰ ਉਹ ਸੁਹਾਗ ਰਾਤ ਦੀ ਵਾਕਿਆ ਸੁਣਾਇਆ ਕਿ ਮਰੀਦ ਆਪਣੇ ਨੂੰ ਪਿਆ ਕਹਿੰਦਾ, ਐਡਾ ਗੈਰਤਮੰਦ ਸੀ ਮਰੀਦ ਆਪਣੇ ਨੂੰ ਪਿਆ ਕਹਿੰਦਾ ਵੇ ਕਿ ਉਸ ਰਾਤੀ ਬਾਰਿਸ਼ ਆ ਗਈ ਤੇ ਸਾਡੀ ਛੁੱਟੀ ਹੋ ਗਈ। ਇਹ ਕਿਸੇ ਸਕੂਲੇ ਤਲੀਮ ਲੈਣ ਗਿਆ ਸੀ ਕਿ ਸੁਹਾਗ ਰਾਤ ਮਨਾਉਣ ਗਿਆ ਸੀ। ਹੁਣ ਤੁਸੀਂ ਸਮਝ ਸਕਦੇ ਹੋ ਕਿ ਮੈਂ ਕਿੱਥੋਂ ਪੈ ਗੱਲ ਕਰਨਾ ਕਿ ਉਸ ਰਾਤੀ ਬਾਰਿਸ਼ ਆ ਗਈ, ਨਿੱਛੋ ਨੂੰ ਬਾਰਿਸ਼ ਆਈ ਸੀ, ਆਸਮਾਨੀ ਬਾਰਿਸ਼ ਨਹੀਂ ਸੀ, ਨਿੱਛੋ ਨੂੰ ਬਾਰਿਸ਼ ਆਈ ਸੀ। ਤੇ ਮੁਫਤੀ ਸਾਹਿਬ 3 ਦਿਨਾਂ ਬਾਅਦ ਇਹ ਨਿੱਛੋ ਜਿਹੜੀ ਏ ਇਹਨੂੰ ਮਿਰਜ਼ੇ ਨੂੰ ਛੱਡ ਕੇ, ਅਮਰ ਸਾਹਿਬ 1 ਸੈਕਿੰਡ ਮਿਊਟ ਲਾਈਓ ਪਲੀਜ਼। 3 ਦਿਨਾਂ ਬਾਅਦ ਨਿੱਛੋ ਮਿਰਜ਼ੇ ਨੂੰ ਛੱਡ ਕੇ ਤੇ ਆਪਣੇ ਪੇਕੇ ਟੁਰ ਗਈ ਸੀ, ਤੇ 6 ਮਹੀਨਿਆਂ ਬਾਅਦ ਵਾਪਸ ਆਈ ਸੀ, ਤੇ 3 ਮਹੀਨਿਆਂ ਬਾਅਦ ਮਿਰਜ਼ੇ ਦੇ ਘਰ ਬੱਚਾ ਹੋ ਪਿਆ ਸੀ। ਐਸ ਮਰਸਦ ਕਹਿਣਾ ਵਾ ਕਿ ਇਹ ਅੱਜ ਦੀ ਨਿਦਾ ਨਸਰ ਜਿਹੜੀ ਏ ਇਹ ਕੱਲ ਦੀ ਘਸੀਟੀ ਬੇਗਮ ਸੀ, ਨਿੱਛੋ ਸੀ। ਇਹ ਇਹਨਾਂ ਦੀਆਂ ਕਰਤੂਤਾਂ ਨੇ, ਤੇ ਇਹਨਾਂ ਕੋਲੋਂ ਤੁਸੀਂ ਇਹੀ ਐਕਸੈਪਟ ਕਰੋਗੇ ਜੋ ਤੁਸੀਂ ਸੁਣਾਇਆ ਵੇ, ਨੌਜ਼ ਬਿੱਲਾ। ਕਿਉਂਕਿ ਇਹ ਬਗੈਰਤ ਨੇ, ਇਹਨਾਂ ਦਾ ਇਸਲਾਮ ਨਾਲ ਕੋਈ ਤਲਕ ਨਹੀਂ। ਮੁਫਤੀ ਸਾਹਿਬ
ਜੀ ਅਮਰ ਸਾਹਿਬ ਤੁਸੀਂ ਕੋਈ ਗੱਲ ਕਰਨਾ ਚਾਹ ਰਹੇ ਸੀ? ਮੈਂ ਮੁਫਤੀ ਸਾਹਿਬ ਅੱਗੇ ਰਿਕੁਐਸਟ ਕਰਨੀ ਹੈ ਕਿ ਬਾਕੀ ਉਹਨਾਂ ਦੀ ਮਰਜ਼ੀ ਆਪਣੀ ਹੈ ਕਿ ਮੁਫਤੀ ਸਾਹਿਬ ਇਹਨਾਂ ਦੀਆਂ ਬਰਾਡਾਂ ਦੇ ਉੱਤੇ ਤੁਸੀਂ ਜਾਣਾ ਖਤਮ ਕਰ ਦਿਓ। ਅਗਰ ਕਿਸੇ ਨੇ ਆਉਣਾ ਵੀ ਹੈ ਤੁਹਾਡੀ ਬਰਾਡ ਤੇ ਆਵੇ ਤਾਂ ਕਿ ਤੁਹਾਡੇ ਗਰਾਊਂਡ ਕੰਟਰੋਲ ਹੀ ਤੁਹਾਡੀ ਬਰਾਡ ਹੋਵੇ। ਜਿਹਨੂੰ ਤੁਸੀਂ ਗੱਲ ਕਰਨੀ ਹੈ ਇੱਕ ਬੰਦਾ ਗੱਲ ਕਰਦਾ ਤੁਹਾਡੇ ਨਾਲ, ਉਹ ਜਿਹੜਾ ਨਾ ਉਹ ਠੀਕ ਰਵੇਗਾ। ਐਸਾ ਗੰਦਾ ਕਰਨ ਵਾਲਾ ਕੰਮ ਇਹਨਾਂ ਤੁਹਾਨੂੰ ਕਰਨਾ ਹੈ ਸਾਰਿਆਂ ਇਕੱਠਿਆਂ ਹੋ ਕੇ। ਮੈਂ ਤੇ ਜਦੋਂ ਦਾ ਹੁਸੈਨੀ ਦੀ ਲਾਈਫ ਦਾ ਮੈਂ ਮੁਫਤੀ ਸਾਹਿਬ ਬਾਈਕਾਟ ਕੀਤਾ ਦਾ, ਠੀਕ ਹੈ। ਇੱਕ ਆਪਣਾ ਮੁਸਲਮਾਨ ਹੈ, ਪਤਾ ਨਹੀਂ ਕੀ ਹੈ, ਨਾਸਰ ਸਮਥਿੰਗ ਹੈ, ਉਹਨਾਂ ਦੀ ਵੀ ਮੈਂ ਬਰੋਡ ਦਾ ਬਾਈਕਾਟ ਕੀਤਾ ਵੇ, ਕਿਉਂਕਿ ਮੈਂ ਮਿਰਜ਼ੇ ਨੂੰ ਸਾਹਿਬ ਤੇ ਕਹਿ ਸਕਦਾ ਵਾਂ, ਜਿਹੜਾ ਕਿ ਜਿਹਦਾ ਮਤਲਬ ਕਿ ਚੂੜਾ ਵੇ ਜਦੋਂ ਕੋਈ ਮਰਜ਼ਈ ਆਇਆ ਹੋਏ। ਲੇਕਿਨ ਇਹ ਜੋ ਬਕਵਾਸੀਅਤ ਕਰਦੇ ਨੇ ਮਿਰਜ਼ੇ ਦੇ ਬਾਰੇ 'ਚ, ਤੇ ਉਹ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਮੈਂ ਹੁਸੈਨੀ ਦੇ ਮੂੰਹ ਤੇ ਕਿਹਾ ਸਾਹਿਬ ਸੀ, ਲਿਖਦੇ ਨੇ SAB। ਹਾਂਜੀ, ਨਹੀਂ ਜਿਹੜਾ ਸਾਹਿਬ ਹੈ ਨਾ ਉਹਦਾ ਲਫ਼ਜ਼ ਮੁਹਤਰਮ ਹੈ, SAB ਮੈਂ ਕਹਿ ਰਿਹਾ ਹਾਂਜੀ, SAB ਦਾ ਲੇਕਿਨ ਮੈਂ ਕਹਿ ਜਿਹੜਾ ਰਿਹਾ ਸੀਨ ਵਾਲਾ ਸਾਹਿਬ ਹੈ ਨਾ, ਸੀਨ ਵਾਲਾ ਸਾਹਿਬ ਹੈ, ਉਹਦਾ ਮਤਲਬ ਹੈ ਕਿ ਚੂੜਾ, ਠੀਕ ਹੈ ਨਾ। ਮੈਂ ਮਰਜ਼ਈਆਂ ਦੇ ਮੂੰਹ ਦੇ ਉੱਤੇ ਕਹਿਣਾ ਕਿ ਮਿਰਜ਼ਾ ਸਾਹਿਬ, ਮਿਰਜ਼ਾ ਚੂੜਾ, ਠੀਕ ਹੈ। ਤੇ ਜਿਹੜਾ ਲੈਸਲਾਮ ਵਾਲਾ ਕੰਮ ਹੈ ਨਾ, ਇਹ ਮੇਰੇ ਕੋ ਸੁਣਿਆ ਵੀ ਨਹੀਂ ਜਾਂਦਾ, ਨੋ ਚਾਂਸ। ਜੀ ਮੁਫਤੀ ਮਾਈਕ ਸਿਟੀ ਉਹ ਸੀ ਚਿਰਾਗ ਬੀਬੀ ਯਾਨੀ ਮਿਰਜ਼ੇ ਕਾਦੀਆਨੀ ਦੀ ਵਾਲਦਾ, ਤੇ ਉਹਦਾ ਨਾਂ ਚਿਰਾਗ ਬੀਬੀ ਸੀ, ਤੇ ਜਿਹਨੂੰ ਪਿੰਡ ਵਾਲੇ ਮਾਈਕ ਸਿਟੀ ਕਹਿੰਦੇ ਸਨ, ਕਿਉਂਕਿ ਪੂਰੇ ਪਿੰਡ ਨੇ ਤੇ ਉਹਨੂੰ ਘਸੀਟਿਆ ਸੀ, ਤੇ ਫਿਰ ਮਿਰਜ਼ਾ ਕਾਦੀਆਨੀ ਪੈਦਾ ਹੋਇਆ ਸੀ। ਤੇ ਜਿਹੜੀ ਨੱਛੋ ਬੇਗਮ ਨੇ ਨਾ, ਇਹਨੂੰ ਇਹਦਾ ਨਾਂ ਸੀ ਨੁਸਰਤ ਜਹਾਂ ਬੇਗਮ, ਯਾਨੀ ਮਿਰਜ਼ਾ ਕਾਦੀਆਨੀ ਦੀ ਜਿਹੜੀ ਵਾਈਫ ਹੈ। ਤੇ ਇਹ ਬਿੱਲੀਆਂ ਅੱਖਾਂ ਵਾਲੀ ਨਹੀਂ ਨਜ਼ਰ ਆ ਰਹੀ ਜਿਹੜੀ ਇਹ ਸੂਰਨੀ ਦੇ ਨਾਲ, ਇਹ ਸੂਰਨੀ ਦੀ ਤਸਵੀਰ ਦੇ ਨਾਲ ਜਿਹੜੀ ਨਜ਼ਰ ਆ ਰਹੀ ਹੈ, ਉਹ ਜਿਹੜੀ ਉੱਤੇ ਸੂਰਨੀ ਹੈ, ਉਹ ਵੇ ਸਬੂਈ ਬੇਗਮ, ਮਿਰਜ਼ਾ ਮਸਰੂਰ ਦੀ ਵਾਈਫ। ਤੇ ਇਹ ਉਹ ਹੀ ਹੈ ਨੁਸਰਤ ਜਹਾਂ ਬੇਗਮ ਨੱਛੋ, ਕਿ ਜਿਹਨੂੰ ਹਕੀਮ ਨੂਰਾ ਕਹਿੰਦਾ ਹੁੰਦਾ ਸੀ। ਇਹ ਮੇਰੀ ਲੋਂਡੀ ਹੈ, ਇਹਨੂੰ ਲੋਂਡੀ ਕਹਿੰਦਾ ਹੁੰਦਾ ਸੀ। ਹਾਂਜੀ, ਇਹਨਾਂ ਦੀਆਂ ਕਿਤਾਬਾਂ 'ਚ ਲਿਖਿਆ ਹੈ। ਹਵਾਲਾ ਕਿਸੇ ਨੂੰ ਚਾਹੀਦਾ ਹੋਇਆ ਤਾਂ ਦੱਸਿਆ ਜੇ, ਹਵਾਲਾ ਵੀ ਦੇ ਦਿਓ। ਜੀ ਵਾਲੇਕੁਮ ਸਲਾਮ ਜੀ, ਬੋਲੋ ਜੀ। ਉਮੈਰ ਪ੍ਰਿੰਸ ਸਾਹਿਬ, ਕੋਈ ਸਵਾਲ ਹੈ ਤੁਹਾਡਾ? ਹੈ उमैर? आ रही है, वो बोलो, क्या सवाल है आपका? पूछना है? नहीं, गालियां नहीं देनी। नहीं, आप गाली नहीं दो, मिर्जे के ऊपर लानत डाल दो, ये हमारा हक है। चलो ठीक है, आपकी पहुंच गई, ठीक है, आपकी पहुंच गई, थैंक यू। नहीं चलो ठीक है, हाँ साहब, नहीं गाली नहीं। लाहौल वाला कुव्वत इल्ला बिल्लाह। ओ यार खुदा का वास्ता प्लीज मेहरबानी करो। हाँ साहब, गाली नहीं देते, बात नहीं है, अपना मुंह गंदा नहीं करते इन बेगैरतों की वजह से। मुफ्ती साहब ਤੁਹਾਨੂੰ ਵੀ ਇਹਨਾਂ ਨੇ ਮਸੀਹ ਮੌਤ ਮੰਨਣਾ ਸ਼ੁਰੂ ਕਰ ਦੇਣਾ ਜੇ। ਵੇ ਲੋ ਹੁਣ ਫਿਰ ਤੁਸੀਂ ਕੀ ਕਰਨਾ ਹੈ? ਫਿਰ ਮੈਂ ਤਲਤ ਦੀ ਅੱਗੇ ਬਰਾੜ ਪਰ ਸੁਣਾ, ਮੁਫਤੀ ਸਾਹਿਬ ਨੇ ਫਸਾ ਲਿਆ ਸੀ ਉਸ ਨੇ, ਕਿ ਜਿਸ ਤਰ੍ਹਾਂ ਮੁਫਤੀ ਸਾਹਿਬ ਨੇ ਕਿਹਾ ਨਾ ਕਿ ਕਿਸੇ ਹੀ ਨਬੀ ਦੀ, ਜਿੰਨੇ ਨਬੀ ਆਏ ਨੇ ਉਹਨਾਂ ਨਬੀਆਂ ਦੀ ਕੋਈ ਇੱਕ ਸ਼ਾਇਦ ਜਿਹੜੀ ਮੁਫਤੀ ਸਾਹਿਬ ਬੜੀ ਸੋਹਣੀ ਤੋਂ ਉਸ ਨੇ ਗੱਲ ਕੀਤੀ ਹੈ, ਤੇ ਉਹਨਾਂ ਕੋਲ ਜਵਾਬ ਕੋਈ ਨਹੀਂ ਸੀ, ਉਸ ਨੇ ਤੰਦੀ ਹੋਏ ਇਸ ਰਸਤੇ ਆਏ ਹੋਏ ਹੋਈ ਨਾ, ਤਾਂ ਹੀ ਤੇ ਇਹਨਾਂ ਨੇ ਗੁੱਸਾਖੀ ਦੀ ਤਰਫ सर जी, जवाब को नहीं सीना है। भाईजान एक बात करना चाहता हूँ माजरत के साथ। अच्छा, गाली नहीं देनी है अभी, ठीक है?
गाली नहीं देनी, आप उर्दू भी इतने नहीं ज्यादा अच्छे हो। आती और गांडू भी है। खलो अच्छा चलो वो ये गाली नहीं है। वो तो इकबाल साहब एक मिनट म्यूट लाओ तुसी। गाजियानंद मेरा दिल नहीं भरा है भाई, मुझे छोड़ो, मुझे दो 3 सेकंड के लिए छोड़ के मैं 2-3 अच्छा बात सुनो, अब गाली नहीं देनी, गाली नहीं देनी। जो आपने लास्ट बात की है ना वो सच की है, ठीक है। वो गांडू था, उसको रजूलियत करवाने का शौक था। ये आपने मेरा दिल नहीं भर रहा है बस मैं शायद साहब ਤੁਸੀਂ ਸਿਰਫ ਇਹ ਆਖਦੇ ਹੋ ਯਾਰ ਖਾਨ ਸਾਹਿਬ ਜਿੰਨੀ ਦੇਰ ਚ ਤੁਸੀਂ ਲੱਗੇ ਹੋ ਉਹਨਾਂ ਤੀਕਰ ਤੇ ਬੰਦਾ ਪਤਾ ਨਹੀਂ ਕੀ ਦਾ ਕੀ ਕਰ ਜਾਂਦਾ ਹੈ। मैं क्या चूत हूँ, उसकी माँ की चूत मारो, पहन दी चूत। देखो जी, ਹਾਂ ਭਾਈ ਇਹ गाली ਗਾਲੀ नहीं पूरी ਦੀ देनी है। ਇਹ ਸ਼ਾਹ ਸਾਹਿਬ ਮੁਬਾਰਕ ਹੋਵੇ ਤੁਹਾਨੂੰ ਜਿਹੜੀ ਆ ਮਗਰ ਦੀ ਤੋਂ ਬਰਾੜ ਚਲਾਈਏ ਦਾ ਇਹ ਉਹਦੀ ਪਬਲਿਸਿਟੀ ਹੈ। ਕੋਈ ਨਹੀਂ ਐਸੀ ਹੈ ਨਾ ਭਾਈ, ਗਾਲਾਂ ਦੀ ਮਜ਼ਮਤ ਕਰਨੀ ਹੈ ਭਾਈ, ਨਾ ਭਾਈ ਗਾਲਾਂ ਦੀ ਮਜ਼ਮਤ ਕਰਨੀ ਹੈ। मुफ्ती साहब ऑनेस्टली मेरा नहीं जो दिल करता ਇਹਨਾਂ ਨੂੰ ਇਹਦੀ ਕਲਾਸ ਲੱਗਦੀ ਹੈ ਨਾ ਤਾਂ ਅਸੀਂ ਨਹੀਂ ਬੈਠਦੇ ਆ ਹੌਸਲੇ, ਕਿਉਂਕਿ ਸਾਡਾ ਉਹ ਰਵਈਆ ਨਹੀਂ ਹੈ। ਬਸ ਠੀਕ ਹੈ ਨਾ ਜੀ। ਤੇ ਗੱਲ ਇਹ ਵੇ ਕਿ ਜਿਹੜੇ ਹਕਾਇਕ ਨੇ ਉਹ ਅਸੀਂ ਦੱਸੇ ਨੇ, ਉਹਨਾਂ ਹਕਾਇਕ ਨੂੰ ਦਾ ਨਾਮ ਅਗਰ ਕੋਈ ਗਾਲੀ ਰੱਖਦੇ ਜੀ, ਗਾਲੀ ਗਲੋਚ ਕਰਦੇ ਹੋ ਤੇ ਉਹ ਫਿਰ ਉਹਦੀ ਆਪਣੀ ਖੁਸ਼ੀ ਹੈ। ਹਾਂਜੀ मैं थोड़ा जिहा सुनिया सी मुफ्ती साहब ਉਸਲੇ ਫਸ ਗਏ ਸਨ ਉਹ। ਤੁਸੀਂ ਜਿਸ ਪੁਆਇੰਟ ਦੇ ਉੱਤੇ ਉਹਨਾਂ ਨਾਲ ਗੱਲ ਕੀਤੀ ਹੈ ਨਾ ਉਹਨਾਂ ਨੇ ਫਸ ਗਏ ਸਨ ਉਸਲੇ। बिल्कुल बिल्कुल ਹਾਂਜੀ ਉਹਦੀ ਨਾ ਪੂਰੀ ਨਾ ਮੈਂ ਰਿਕਾਰਡਿੰਗ ਕਰ ਲਈਏ ਤੇ ਉਹ ਆਪਣੇ ਚੈਨਲ ਖਤਮੇ ਨਬੂਵਤ ਟਾਈਮਸ ਦੇ ਉੱਤੇ YouTube ਦੇ ਚੈਨਲ ਖਤਮੇ ਨਬੂਵਤ ਟਾਈਮ ਸੇ ਅਪਲੋਡ ਕਰ ਦਿਆਂਗਾ ਤੇ ਉਹ ਸਾਰੇ ਦੋਸਤ ਸੁਣ ਲੈਣਗੇ। ਸਾਨੂੰ ਕਿਤੇ WhatsApp ਤੇ ਭੇਜ ਦੇਣਾ ਮਿਹਰਬਾਨੀ ਕਰਕੇ ਜੀ। WhatsApp ਤੇ ਏਡੀ ਲੰਬੀ ਚੌੜੀ ਤੇ ਨਹੀਂ ਹੁਣ ਮੇਰੇ ਕੋਲ ਉਹ ਹੁਣ ਰਿਕਾਰਡਿੰਗ ਜਦੋਂ ਨਹੀਂ ਸ਼ਾਰਟਕਟ ਵਾਲਾ ਵੀ ਟਾਈਮ ਮੇਰੇ ਕੋਲ ਨਹੀਂ ਹੁੰਦਾ, ਉਹ ਆਪੇ ਹੀ ਤੁਹਾਨੂੰ ਮੁਸੀਬਤਾਂ ਕਰਨੀਆਂ ਪੈਣੀਆਂ ਨੇ। ਥੋੜੀ ਜੀ ਮੁਜਾ ਸਾਹਿਬ ਥੋੜੀ ਜੀ ਰਿਕਾਰਡਿੰਗ ਤੁਸੀਂ ਮੁਜਾ ਸਾਹਿਬ ਥੋੜੀ ਜੀ ਰਿਕਾਰਡਿੰਗ ਤੁਸੀਂ ਜਿਹੜੇ ਆਪਣੇ ਪੁਆਇੰਟ ਦੀ ਹੈ ਨਾ ਉਹ ਤੁਸੀਂ ਇੱਥੇ ਵੀ ਚਲਾ ਦਿਓ, ਜਿਹੜੀ ਤੁਹਾਡਾ ਆਪਣਾ ਚਲਾਈ ਤੇ ਹੈ ਵੇ ਐਲੋ ਚਲਾਈ ਤੇ ਹੁਣ ਉਹ ਏਡੀ ਕਿੰਨੇ ਦੀ 42 ਮਿੰਟ ਤੇ 13 ਸੈਕਿੰਡ ਦੀ ਇਹ ਵੀਡੀਓ ਹੋਵੇ। ਉਹਨੂੰ ਇਹ ਮੈਨੂੰ ਵੀ ਨਹੀਂ ਪਤਾ ਕਿਹੜੇ ਟਾਈਮ ਤੇ ਗੁਫ਼ਤਗੂ ਹੋਈ। ਆ ਮੈਨੂੰ ਲੱਭ ਲੈਣ ਦਿਓ ਮੁਫਤੀ ਸਾਹਿਬ, ਕਿਤੇ ਮੈਨੂੰ ਲੱਭ ਲੈਣ ਦਿਓ ਇਹਨਾਂ ਦੀ ਮਾਂ ਪਹਿਲੇ 15 ਮਿੰਟ ਗੁਜ਼ਾਰ ਕੇ ਨਾ ਮੁਫਤੀ ਸਾਹਿਬ ਜਿਹੜੀ ਤੁਹਾਡੀ ਸ਼ੁਰੂ ਹੋਈ ਸੀ ਨਾ ਉਹ ਸ਼ੁਰੂ ਹੈਲੋ ਸੁਣ ਲਓ ਮੈਂ ਨਾ ਇੱਕ ਜਰਾ ਪਲੀਜ਼ 30 ਮਿੰਟ ਤੋਂ ਮੈਂ ਚਲਾਨਾ ਵਾ क्योंकि आपने इस्लाम के पल्ले कोई चीज नहीं रहने दी, झूठ, बेईमानी, इल्जाम तराशी, इसके अलावा आपको कुछ नहीं नजर आता। जिनका आपने नाम लिया है कि वो नबी उनकी मुखालफत, आज वो कहाँ है, उनके मानने वाले कहाँ हैं? आपने मुल्कों का जोर लगा लिया, पूरी दुनिया के मुसलमान मुल्कों ने और मुसलमानों ने मिर्जा साहब का क्या बिगाड़ लिया। मेरे आका मोहम्मद सल्लल्लाहु अलैहि वसल्लम कि इसी तरह मुखालफत हुई है जिससे कोई और नहीं है, इस पे बिल्कुल एक बाल बराबर भी फर्क नहीं है। और आपको ये बता दूं आज तक हो रही है लेकिन आपको नहीं नजर आता। आप समझ लेते हैं जिसको हम मान लेते हैं उसकी मुखालफत नहीं है। क्या आपको ईसाई और यहूदी तौबा नौज़बिल्लाह जो मोहम्मद सल्लल्लाहु अलैहि वसल्लम की शान में गुस्ताखाना किताबें लिखते हैं, ये उनके हक में लिखते हैं या मुखालफत में लिखते हैं? मुफ्ती साहब हम जो ईमान लाए हुए हैं, आप हमें 100% पता है कि आप झूठ, इल्जाम, बेईमानी, उल्टे मतलब निकाल कर और अपने आप को हौसले देते हैं। और जो आपके साथ कुछ चंद लोग हैं वो जो ईमान वाले आप लोगों में भी हैं, जो आपसे दूर भागते हैं, उलमाओं से दूर भागते हैं कि मौलवियों तो बच्चों, अपनी औलादों को मौलवियों से बचाओ। लेकिन कुछ चंद लोग ऐसे हैं जो आपके पीछे लगे हुए हैं, उनको कोई इल्म नहीं है हक और सच्चाई का। आपने नारे मरवा के थापड़े दे के काफर मोहम्मद सल्लल्लाहु की शान में गुस्ताखी कर दी। ला इलाहा इल्लल्लाह मुहम्मद रसूलुल्लाह, हम मोहम्मद मुस्तफा सरवर कायनात सल्लल्लाहु अलैहि वसल्लम की मुखालिफ, उनकी ईमान लाने वाले, उनकी असली उम्मती हम हैं, कुरान पर ईमान लाने वाले हम हैं। आपने ऐसी बिद्दात दीन में बना दी है, ऐसी बिद्दात बनाई हुई है जिससे कुरान एक मजीद का कोई लेना देना नहीं है।
اور آپ کو بہت مرچیں لگی ہیں. میں نے کہا ہے کہ عقلی دلائل قرآن میں اللہ فرما رہا ہے تم غور کیوں نہیں کرتے, عقل سے کیوں نہیں دیکھتے ان کو. آپ کہتے نہیں نہیں عقلی دلائل تو دینے ہی نہیں. اور خدا کے بندو, میرا دین جو میں دین سمجھا ہوں, جس دین کو میں نے مانا ہے وہ عقل کے بغیر ہے ہی نہیں ہے. جو عقل میں نہیں ہے وہ دین ہی نہیں ہے. پتہ نہیں کتوں دے مولوی ہوتے, کتوں دے علماء ہوتے, کتوں دے مفتی ہو تسی. جیڑی عقل میں نہیں ہے انہوں کہہ دو یہ ساڈا دین ہے. آپ کا دین وہ ہوگا, دین اسلام وہ نہیں ہے. اور جناب محترم مفتی صاحب یہ ان کے جو ہے نا دلوں پہ اللہ نے توک ڈال دی ہوئی ہے. یہاں سے بحث کرنا کوئی فائدہ نہیں ہے. یہ فارغ ہے. ان کو میں نے سوری میں نے کتنی دیر یعنی کہ آپ کی گفتگو سنی, میں خاموش تھا, لیکن جب میں نے آپ کی پوری گفتگو سنی ہے نا تو مجھے یہ یعنی کہ مجھے یہ ثابت ہوا کہ آپ جو نا آپ فارغ ہیں. میں یہی میری بات سنیں, میں یہی دعا کروں گا کہ اللہ پاک آپ کو ہدایت دے. بس میرا بھی آپ میرے پیارے بھائی کبھی تھوڑی سی یہ تکلیف کر لیا کریں کہ اپنے لیے بھی دعا کر لیا کریں. جتنی ہمارے لیے کرتے ہیں کتنی اپنے لیے کریں گے تو آپ ہدایت پر آ جائیں گے. تو پیارے بھائیوں صاحب آپ کا ٹائم ختم ہو گیا ہے تو اب میں بات کر لوں. جی اچھا, گزارش یہ ہے طلعت صاحب کہ آپ نے وہ حدیث پہلے بھی کئی دفعہ سنائی اور آپ کو کئی دفعہ جواب دیا گیا, لیکن حدیث کا حوالہ آج تک آپ نے نہیں دیا کہ میرے حضور نے فرمایا جی میرے ایک وقت وہ آنے والا ہے کہ علماء آسمان کے نیچے بدترین مخلوق ہوں گے. تو میں نے آپ کو یہ پوچھا بھی تھا کہ کیا آپ مرزا غلام قادیانی صاحب کو کیا علماء نہیں مانتے, یا حکیم نور الدین صاحب کو علماء نہیں مانتے, یا بشیر الدین محمود صاحب کو علماء نہیں مانتے, یا مرزا طاہر, مرزا ناصر, مرزا مسرور صاحب کو علماء نہیں مانتے. تو حدیث کا مصداق تو یہ لوگ ہی ہیں, علماء آسمان کے نیچے بدترین مخلوق ہیں. تو میں بھی اس کو مانتا ہوں. جی ٹھیک ہو گیا. اچھا آگے آپ نے بتایا کہ ان کے ماننے والے جو جھوٹے نبوت کے دعوے داران تھے, ان کے ماننے والے آج کہاں ہیں. یہ قاعدہ کلیہ آپ نے کہاں سے بنایا ہے کہ جس کے ماننے والے ہوں تو وہ سچا ہوتا ہے, جس کے ماننے والے نہ ہوں تو وہ جھوٹا ہوتا ہے. یہ کوئی قاعدہ کلیہ بھی تو بتائے نا کہ بس نہ ہی آپ قرآن کی طرف گئے, نہ ہی حدیث کی طرف, نہ ہی مرزا صاحب کی کتابیں بھی فارغ ہو گئی, اب عقل بھی فارغ ہو گئی ہے. نہ ہی عقلی دلائل نہ نقلی دلائل, سوائے اس کے کہ کہانیاں. وہ مرزا جونیئر جیل میں کہتے ہیں نا کہانیاں, تو یہ وہ بس کہانیاں ہی رہ گئی ہیں, اس کے علاوہ اور کچھ نہیں. آپ لوگوں میں نا کوئی بات کرے, لاجک ہو, کوئی دلیل دے. کوئی دلیل نہیں کبھی ہوئی آج تک. میں نے کوئی, اب یہ ججا مربی صاحب کو آپ نے لے لیا ہے, ان کی بھی بات ہم نے بڑی سنی ہے. کبھی کوئی انہوں نے کوئی دلیل دی ہو, یا آپ نے دی ہو, یا اور کوئی مربی ہیں آپ لوگوں کے, کبھی کسی نے کوئی دلیل سے بات کی ہے؟ کچھ بھی نہیں. ادھر ادھر کی ہوائیاں چھوڑ کے آپ لوگ نکلنے کی کرتے ہیں. ہاں جی. اچھا آگے آپ نے بات کی ہے کہ نبی کی مخالفت کے اندر کتابیں لکھی جاتی ہیں. کنیاں کو کتابیں لکھیاں گئی نے جی, اور کہڑے کہڑے نبی دے خلاف کتاباں لکھیاں گئی نے, اللہ دے سچے نبی دے. اور دو چار کتاباں دے نا ہی دسے اجے ذرا, سوائے اے جڑی کتاب ایک لکھی گئی ہے رنگیلا رسول نبی کریم صلی اللہ علیہ وسلم دے خلاف, یا ایک شیطانی آیات, ٹھیک ہے جی, سلمان رشدی نے جڑی لکھی سی, تے ایک تسلیمہ نسرین نے لکھی جے, تے انہاں دا جو انجام ہویا وہ بھی تواڈے سامنے ہی ہے. اے تین کتاباں دے رد بھی آ چکے نے, صرف تین کتاباں نے. اس تو علاوہ چوتھی کتاب شاید مینوں نظر نہیں ہوندی. ہاں جی, اگر ہے بھی تو تسی بھی دو چار دے نام دس دے آجے. اچھا آگے بات یہ ہے کہ مرزا قادیانی کو لینے, مرزا قادیانی کے رد کے اوپر کوئی 10,000 سے زیادہ کتاب لکھی گئی ہے, 10,000 سے زیادہ, سمجھ آئی کہ نہیں. اور یہ بہاؤاللہ ایرانی, اس کے رد کے اندر بھی کوئی لگ بھگ کوئی 2,000 کے قریب کتاب ہے. سمجھ آئی کہ نہیں.
तो पता नहीं कौन सी किताबों की आप बात कर रहे हैं और कहाँ की बातें और कहाँ की बातें, कहीं कहाँ की ईंट कहाँ का रोड़ा, बात मत्ती ने कंबा जोड़ा, अजीबो गरीब, अद्धा तितर ते अद्धा पटेर ते लो फड़ो जी मुर्गा तैयार हो गया जी, चलो सही हो गया। अच्छा जी आगे आपने कहा जी हम तो नबी करीम सल्लल्लाहु अलैहि वसल्लम की मुखालफत का सोच भी नहीं सकते। अच्छा तो लेकिन आपके मिर्जा साहब ने सोचा हुआ है ना, वो तो उन्होंने वो जनाब नबी आलम सल्लल्लाहु अलैहि वसल्लम को तजलील की, तौहीन की, गालियां निकाली, मुझे तो आपने को बंद कर दिया जी, खोलनी नहीं मिर्जे साहब की किताबें नहीं खोलनी, मुझे इजाजत दें मैं अभी आपको दलाइल देता हूँ। वो भला की आजिज ने तो पूरी किताब लिखी है कादियानी कलमा, वो नेट के ऊपर भी मौजूद है, अभी सर्च करें आपको मिल जाएगा। मैं कादियानी किताबों के असल स्कैन अपनी किताब के आखिर में लगाए हैं। कितनी तौहीन की है आप लोगों ने, मिर्जा साहब ने कितनी तौहीन मेरे की ख्याल नबी में आलम आपकी सल्लल्लाहु अलैहि बात वसल्लम की। इंशाल्लाह मुकम्मल होगी। नहीं अभी नहीं ना, एक पॉइंट रहता है, मैंने पॉइंट लिखे हुए एक मिनट पॉइंट दीजिएगा लिखे हुए मुझे भी हैं। तलत साहब। जी जज्जा साहब के होते हुए कोई गुफ्तगू नहीं होगी यहाँ पे, यहाँ नहीं बिल्कुल तल्ला साहब और मैं बात कर रहे हूँ, अगर कोई और बोलेगा तो फिर साहिल कालू भी बोलेंगे, फिर और जी सारी जी जी बोलेंगे। जी जरूर जरूर, ठीक है, मैं पकाओ एक फिर रल मिनट के बोलो चाहूंगा, फिर। एक मिनट चाहूंगा अगर तलत साहब दे क्यों वजह भी तो दसो ना, एक मिनट पहले मैनू तो गल कंप्लीट मैं करन दियो। समझ- साहब आप अपनी बात अच्छा जी मुकम्मल करें। अक्ली दलाइल की आपने कहा जी, अब अल्लाह पाक कहता है जी तदब्बुर करो तफक्कुर करो, ਤੇ ਉਹ ਤੁਹਾਡੀ ਜਮਾਤ ਨੂੰ ਭੁੱਲ ਗਿਆ ਹੈ ਅਸੀਂ ਇਹ ਅਕਲੀ ਦਲਾਇਲ ਇਹ ਆਏ ਤਾਂ ਉਹਨਾਂ ਨੂੰ ਨਜ਼ਰ ਨਹੀਂ ਸੀ ਆਈ, ਜਿਹੜਾ ਤੁਸੀਂ ਜਿਹੜੀ ਰੱਟ ਲਾਉਂਦੇ ਹੁੰਦੇ ਸੀ ਜੀ ਕੁਰਾਨ ਤੇ ਹਦੀਸ ਤੇ ਕੁਰਾਨ ਤੇ ਹਦੀਸ, ਇਹ ਆਏ ਤਾਂ ਉਹਨਾਂ ਨੂੰ ਭੁੱਲ ਗਈ ਸੀ। ਅੱਜ ਤੁਸੀਂ ਅਕਲੀ ਦਲਾਇਲ ਨੂੰ ਵਿੱਚ ਵਾੜ ਛੜਿਆ, ਜਾਂ ਤੁਸੀਂ ਝੂਠੇ ਹੋ ਜਾਂ ਤੁਹਾਡੀ ਜਮਾਤ ਝੂਠੀ ਹੈ, ਦੋਵਾਂ ਚ ਇੱਕ ਚੀਜ਼ ਤੇ ਝੂਠੀ ਹੈ ਵੇ, ਉਹਦਾ ਫੈਸਲਾ ਵੀ ਤੇ ਕਰਕੇ ਦੱਸੋ ਨਾ। ਹਾਂਜੀ मुफ्ती साहब चलो। आपकी बात मुकम्मल हो गई है जी बोल लो जी, तुसी बड़े तावले हुंदे हो जी। जी अल्लाह जी, साहब मैं एक बात करना चाहता हूँ, बात एक सेकंड की बात करनी है। करें जी करें। शाह जी जज्जे के होते हुए कोई गुफ्तगू नहीं होती होगी, इसको नीचे उतरवाएं या बात ये गुस्ताख आदमी है भाई, इसको निकाले। सर हमारी नजर में साहिल साहब आप भी गुस्ताख ये ना ब्राड का माहौल खराब हो जाना है। मैं आपको बता दूं, मैंने सब कुछ तंबियां उतार के रख देनी है, इसको उतार दे नीचे। ये बड़ा बड़ा गुस्ताख है, बड़ा बड़ा गुस्ताख है ये जज्जा। मुफ्ती साहब आप उससे बड़े गुस्ताख हैं। नुसरत जहाँ बेगम की तंबी उतारूंगा मैं यहाँ, समझ आई कि नहीं? हमारे पास भी है, हमारे पास भी है मियां आयशा, फिक्र ना करें। लड़ाई ना करें प्लीज। वेंदे हो पे लख दी लाना ब्रांड लेके जाने बड़ी नहीं देखो दी। हाँ जी सुन लिया जनाब। जी मोती साहब बहुत खूब जबरदस्त ਇਹਨਾਂ ਦਾ ਵੇਖਿਆ ਸੁਣਿਆ ਜੀ ਵੀ ਥੋੜਾ ਡਿਬੇਟ ਜਿਹਾ ਜਿਹੜੀ ਜਿੱਥੇ ਫਸਾਏ ਆ ਜੇ ਮੁਫਤੀ ਸਾਹਿਬ, ਉਹ ਉੱਥੇ ਉਹਨਾਂ ਕੋਲ ਕੋਈ ਜਵਾਬ ਕੋਲ ਸੀ, ਤਾਂ ਤਦ ਵਿੱਚ ਉਹਨਾਂ ਨੇ ਮੁਦਾਖਲਤ ਕੀਤੀ। ਮੈਂ ਤਦ ਰਿਕੁਐਸਟ ਕੀਤੀ ਹੈ ਕਿ ਤੁਸੀਂ ਉਹਨਾਂ ਦੀ ਬਰਾਡਾਂ ਦੇ ਉੱਤੇ ਨਾ ਜਾਓ, ਕਿ ਜਿੰਨੇ ਆਉਣਾ ਤੁਹਾਡੀ ਬਰਾਡ ਤੇ ਆਪ ਆਵੇ, ਤਾਂ ਕਿ ਤੁਸੀਂ ਡਿਕਟੇਟ ਕਰ ਸਕੋ ਉਹਨਾਂ ਨੂੰ। ਹਾਂਜੀ ਬਜਾਇਆ ਗਿਆ ਉਹ ਤੁਹਾਨੂੰ ਡਿਕਟੇਟ ਕਰਨ, ਸਮਝੇ ਨਹੀਂ? ਮੈਂ ਤਾਂ ਬੜਾ ਫਸਾ ਕੇ ਮਾਰਿਆ, ਟਿਕਾ ਕੇ ਮਾਰਿਆ, ਫਸਾ ਕੇ ਚੰਗੀ ਠੋਕੀ ਜੇ, ਸਮਝੇ ਨਹੀਂ? ਮੁਫਤੀ ਸਾਹਿਬ ਤੇ ਸ਼ਾਹਿਦ ਭਾਈ ਨਾ ਸਾਰਿਆਂ ਕੋਲੋਂ ਅਹਿਦ ਲੈਣ ਕਿ ਅੱਜ ਤੋਂ ਬਾਅਦ ਇਹ ਗੁਸਤਾਖਾਂ ਦੀ ਜਿਹੜੀ ਲਾਈਵ ਹੈ ਨਾ, ਇਹਦੇ ਤੇ ਕੋਈ ਬੰਦਾ ਨਾ ਜਾਵੇ। ਮਤਲਬ ਇਹਨਾਂ ਉਹ ਅੱਗੇ ਨਿਕਲ ਗਏ ਨੇ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਕਿ ਉਹ ਕੀ ਪੇ ਬੋਲਦੇ ਨੇ ਜਾਂ ਉਹਨਾਂ ਨੇ ਕੀ ਆਖਿਆ। एडे मैं की आखा इन्हां नूं ਮੁਫਤੀ ਸਾਹਿਬ ਤੁਹਾਡੀ ਰਿਕਾਰਡਿੰਗ ਜਿਹੜੀ ਹੈ ਇਹਦੇ ਚ ਕੁਝ ਚੀਜ਼ ਸ਼ਾਰਟ ਹੈ ਵਿੱਚ, ਜਿਹੜੀ ਤੁਸੀਂ ਕਹੀ ਸੀ ਕਿ ਕੋਈ ਜਿੰਨੇ ਨਬੀ ਪਿੱਛੇ ਆਏ ਨੇ ਉਹਨਾਂ 'ਚ ਕੋਈ ਐਸਾ ਨਬੀ ਦੱਸੋ ਜਿਹਦੇ ਬਾਰੇ ਦੇ ਵਿੱਚ ਕੋਈ ਉਹਨਾਂ ਨੇ ਕੋਈ ਐਸਾ ਕੰਮ ਕੀਤਾ ਹੋਵੇ, ਜਾਂ ਉਹਨਾਂ ਸ਼ਰਾਬ ਪੀਤੀ ਹੈ। ਜਨਾਬ ਮੈਂ ਆਖਰ ਤੋਂ 30 ਮਿੰਟ ਤੋਂ ਚਲਾਈ ਹੈ ਨਾ, ਯਾਨੀ ਪਿਛਲੇ ਅੱਧੇ ਘੰਟੇ ਦੀ ਤੇ ਨਹੀਂ ਮੈਂ ਸੁਣਾਈ ਤੁਹਾਨੂੰ ਮੈਂ ਕਿਹਾ ਵੀ ਸੀ ਕਿ मैं सिर्फ यानी आखिरी 10 मिनट मैं ਤੁਹਾਨੂੰ ਸੁਣਾਈ ਹੈ। ਨਹੀਂ ਬਹੁਤ ਜ਼ਬਰਦਸਤ ਸੀ, ਬਿਲਕੁਲ ਠੀਕ ਸੀ। ਅੱਛਾ ਮੁਫਤੀ ਸਾਹਿਬ ਇਹਦਾ ਹੱਲ ਕੀ ਹੈ ਫਿਰ, ਇਹਦਾ ਹੱਲ ਕੀ ਹੈ ਫਿਰ? ਅਸੀਂ ਮੈਂ ਤੇ ਇਹੀ ਹੱਲ ਸੋਚਿਆ ਦਾ ਟੂ ਬੀ ਆਨੈਸਟ ਕਿ ਇਹਨਾਂ ਦੀ ਇਹੋ ਜਿਹੀ ਤੰਬੀਆਂ ਲਾਈ ਜਾਓ ਬਸ, ਕਾਦੀਆਂ ਬਰਾਡਾਂ, ਕੋਈ ਬਰਾੜ ਬਰੂੜ ਕੋ ਨਹੀਂ, ਤੰਬੀ ਲਾਓ ਬਸ। ਅਸੀਂ ਹੀ ਰੋਕਿਆ ਸੀ ਪਹਿਲੇ ਅਸੀਂ ਹੀ ਰੋਕਿਆ ਸੀ ਕਿ ਨਹੀਂ ਭਾਈ ਨਹੀਂ ਇੰਜ ਨਹੀਂ ਕਰਨਾ, ਤੇ ਪੁੱਤਰ ਹੁਣ ਕਾਦੀਆਨੀਓ ਸੁਣ ਲਓ, ਕੰਨਾਂ ਤੋਂ ਉਤਲੀਆਂ ਜੇ, ਕੋਈ ਨਹੀਂ, ਮੈਂ ਕਿਸੇ ਮੁੰਡੇ ਨੂੰ ਨਹੀਂ ਰੋਕਣਾ, ਕਿਸੇ ਮੁੰਡੇ ਨੂੰ ਨਹੀਂ ਰੋਕਣਾ।
ਹਰ ਮੁੰਡਾ ਆਜ਼ਾਦ ਹੈ, ਜੋ ਸ਼ਾਹ ਸਾਹਿਬ ਮਰਜ਼ੀ ਉਹ ਦਿਨ ਕਰੇ ਮੈਂ ਫਿਰ ਤੁਹਾਨੂੰ ਹੁਣ। ਕਿਹਾ ਵੀ ਸੀ, ਹਾਂਜੀ ਤੁਹਾਨੂੰ ਮੈਂ ਸ਼ਾਹ ਸਾਹਿਬ ਉਹ ਦਿਨ ਕਿਹਾ ਵੀ ਸੀ ਕਿ ਆਪਣੀ ਬਰਾੜ ਦੇ ਉੱਤੇ ਗਾਲਾਂ ਸ਼ਾਲਾਂ ਨਹੀਂ ਕੱਢਣੀਆਂ, ਤੇ ਲੇਕਿਨ ਜਿਹੜੀ ਮੈਂ ਸ਼ਾਇਦ ਜੋ ਕੁਝ ਭਾਈ- ਹੁੰਦਾ ਵੇਖਿਆ ਜਾਂ ਸੁਣਦਾ ਵੇਖਿਆ ਸ਼ਾਇਦ ਨਾ, ਭਾਈ ਜੋ ਤੇ ਮੈਂ ਤੁਸੀਂ ਤਾਂ ਕਰ ਤੁਹਾਨੂੰ ਰਹੇ ਹੋ ਕਿਹਾ ਮੈਂ ਨਾ- ਬਿਲਕੁਲ ਕੱਢਾ ਹੁਣ। ਅੰਕਲ ਇਸ਼ਫਾਕ ਇੱਕ ਮਿੰਟ ਜ਼ਰਾ ਮਿਊਟ ਲਗਾਣਾ ਜ਼ਰਾ ਮੁਫਤੀ ਸਾਹਿਬ ਦੀ ਗੱਲ ਸ਼ਾਇਦ ਭਾਈ ਜਿਹੜੀ ਤੁਸੀਂ ਇਹ ਜਿਹੜੀਆਂ ਪਿਛਲੀਆਂ 2-3 ਬਰਾਡਾਂ ਕੀਤੀਆਂ ਜੇ ਨਾ ਜੀ, ਉਹ ਨੁਸਰਤ ਜਹਾਂ ਬੇਗਮ ਦੇ ਬਾਰੇ ਕਰਨੀਆਂ ਜੇ, ਸਮਝ ਗਏ ਹੋ ਨਾ? ਠੀਕ ਹੋ ਗਿਆ। ਹਾਂਜੀ, ਜੇ ਤੁਸੀਂ ਆਪਣੀ ਜ਼ਾਤ ਆਸਤੇ ਕਰ ਸਕਦੇ ਹੋ ਨਾ ਤੇ ਨੁਸਰਤ ਜਹਾਂ ਬੇਗਮ ਆਸਤੇ ਵੀ ਇਹਦੀ ਐਸੀ ਦੀ ਤੈਸੀ ਕਰ ਸਕਦੇ ਹੋ। ਚੁੱਕ ਕੇ ਰੱਖੋ। ਉਹਨਾਂ ਦਾ ਕਹਿਣ ਦਾ ਮਕਸਦ ਹੈ ਕਿ ਇੱਥੇ ਹੁਣ ਖੋਲ ਕੇ ਸ਼ਾਹ ਸਾਹਿਬ ਇੱਕ ਵਾਰੀ ਜਾਂਚ ਪੂਰੀ ਲੈ ਆਉਣੀ ਜੇ ਇੱਥੇ। ਆਹੋ ਹੀ ਨਾ, ਜੇ ਤੁਸੀਂ ਆਪਣੀਆਂ ਜ਼ਾਤਾਂ ਵਾਸਤੇ ਕਰ ਸਕਦੇ ਹੋ ਤੇ ਇਹਨਾਂ ਵਾਸਤੇ ਵੀ ਕਰ ਸਕਦੇ ਹੋ। ਨਹੀਂ ਮੁਫਤੀ ਸਾਹਿਬ ਇਨਸ਼ਾਅੱਲਾ ਇਹਨਾਂ ਦੇ ਉੱਤੇ ਵੀਡੀਓ ਪਾਸਾਂ, ਕਿਉਂਕਿ ਇਹ ਜਿਹੜੀ ਬ੍ਰੌਡ ਹੈ ਨਾ, ਮੈਨੂੰ ਤੇ ਭਾਈ ਜੀ ਸਿੱਧੀ ਜੀ ਗੱਲ ਹੈ, ਮੈਨੂੰ ਗਾਲ ਹੁੰਦੀ ਨਹੀਂ ਵੱਲਾ, ਮੈਨੂੰ ਨਹੀਂ, ਮੁਫਤੀ ਸਾਹਿਬ ਗਾਲ ਦੇਖਿਓ। ਹੁੰਦੀ ਹੋਈ ਨਹੀਂ, ਮੇਰੇ ਮੂੰਹ ਤੇ ਚੜਦੀ ਹੋਈ ਨਹੀਂ ਗਾਲ, ਸਮਝ ਆਈ ਕਿ ਨਹੀਂ? ਮੈਂ ਜ਼ਿਆਦਾ ਤੋਂ ਜ਼ਿਆਦਾ ਲਾਮ ਨੂਨ ਕਹਿ ਸਕਣਾ ਵਾ, ਇਸ ਤੋਂ ਅਗਲਾ ਲਫ਼ਜ਼ ਨਹੀਂ ਮੈਨੂੰ ਆਉਂਦਾ। ਸਮਝ ਆਈ ਕਿ ਨਹੀਂ? ਕੱਲ ਦੀ ਵੀਡੀਓ ਮੇਰੀ ਜਿਹੜੀ ਹੈ ਨਾ ਦੇਖ ਲਿਓ, ਠੀਕ ਹੈ? ਇਹਨਾਂ ਦੀ ਮੈਂ ਇਹੋ ਜੀ ਤੰਬੀ ਲਾਸਾਂ, ਇਹਨਾਂ ਨੂੰ ਪਤਾ ਲੱਗ, ਇਹਨਾਂ ਨੂੰ ਨਹੀਂ ਪਤਾ ਤੰਬੀ ਹੀ ਤੇ ਨਹੀਂ। ਹੁਣ ਤੂੰ ਲੱਥਣੀ ਸ਼ੁਰੂ ਹੋ ਗਈ ਹੈ ਨਾ ਜੀ, ਹੁਣ ਲੱਥੇਗੀ ਸਰੇ ਬਾਜ਼ਾਰ, ਇਹਨਾਂ ਨੂੰ ਨਚਾਵਾਂਗੇ, ਨੁਸਰਤ ਜਹਾਂ ਬੇਗਮ ਨੂੰ ਵੀ ਤੇ ਇਹ ਜਨਾਬ ਸਬੂਈ ਨੂੰ ਵੀ ਸਰੇ ਬਾਜ਼ਾਰ ਨਚਾਣਾ ਸ਼ਾਹ ਹੈ। ਸਾਹਿਬ ਆਪਣੀ ਕਬੀਨਾ ਜਿਹੜੀ ਇਹਨਾਂ ਨੂੰ ਕੱਲ ਦਾ ਦੱਸੋ, ਸਾਰੀ ਜਿਹੜੀ ਕਬੀਨਾ ਉਸ ਨੇ ਬੁਲਾਈ ਹਜੇ ਮੰਗਲ ਵਾਲੇ ਦਿਨ। ਇਹ ਉਹਨਾਂ ਦਾ ਜਿਹੜਾ ਨਾ ਉਹਨਾਂ ਦਾ ਕੰਟੈਂਟ ਡਿਫਰੈਂਟ ਹੈ, ਉਹ ਉਸ ਕੰਮ ਵਾਸਤੇ ਅਸੀਂ ਆਪ ਹੀ ਹੈ ਉਸ ਕੰਮ ਵਾਸਤੇ। ਮੁਫਤੀ ਸਾਹਿਬ ਮਸਰੂਰ ਨੂੰ ਵੀ ਛੱਡਣਾ ਹੈ, ਮਸਰੂਰ ਨੂੰ ਵੀ ਨਹੀਂ ਛੱਡਣਾ, ਸਮਝੇ ਨਹੀਂ? ਇਹ ਵੀ ਬੜਾ ਗੁੱਸਾ। ਹਾਂਜੀ, ਸੂਰ ਦੀ ਤਸਵੀਰ ਲਾਈਏ ਨਾ ਪਿੱਛੇ, ਮੈਂ ਮੈਨੂੰ ਨਹੀਂ ਪਤਾ ਵੱਡੇ ਸੂਰ ਦੇ ਪਿੱਛੇ ਛੋਟੇ ਸੂਰ ਦੀ ਤਸਵੀਰ ਲੱਗੀ ਤੇ ਹੈ। ਦੇਖਿਆ ਮੈਂ ਦੇਖਿਆ। ਆ ਤੇ ਨਾਲੇ ਇਕਬਾਲ ਸਾਹਿਬ ਤੁਸੀਂ ਨਾ ਬਜ਼ੁਰਗ ਆਦਮੀ ਹੋ, ਤੁਸੀਂ ਨਾ ਮੁੰਡਿਆਂ ਨੂੰ ਰੋਕਿਆ ਕਰੋ। ਆਂਦੇ ਨੇ ਹਿਕਮਤ ਅਮਲੀ ਮੋਮਨ ਕਾ ਗੁੰਮਸ਼ੁਦਾ ਖਜ਼ਾਨਾ ਹੈ, ਉਦੋਂ ਨਾ ਕੰਨੀ ਵਲੇਟ ਕੇ ਤੇ ਸਾਈਡ ਤੇ ਹੋ ਜਾਈਦਾ ਹੁੰਦਾ ਹੈ, ਤੇ ਜਿਹੜਾ ਜੋ ਕਰਦੇ ਨੇ ਕਰਨ ਦੇ ਮੁੰਡਿਆਂ ਨੂੰ ਤੁਸੀਂ। ਹਾਂਜੀ ਨਹੀਂ ਜੀ, ਮੈਂ ਨਹੀਂ ਰੋਕਦਾ, ਮੈਂ ਅੱਗੇ ਤੋਂ ਕੰਨ ਫੜ ਲੈ, ਮੈਂ ਨਹੀਂ ਰੋਕਦਾ। ਮੈਂ ਤਾਂ ਇਹ ਕਹਿੰਦਾ ਸੀ ਕਿ ਅਸੀਂ ਆਪਣੀ ਜ਼ੁਬਾਨ ਕਿਉਂ ਗਲਤ ਉਹ ਨਹੀਂ ਜੀ, ਏਡੀਆਂ ਹਿਕਮਤਾਂ ਸਾਡੇ ਕੋਲ ਨਹੀਂ ਪਈਆਂ ਹੈ ਜਿਉਂ ਜ਼ੁਬਾਨ ਗੰਦੀ ਐਸੀ ਦੀ ਤੈਸੀ। ਉਹ ਸਾਡੀ ਮਾਂ ਨੂੰ ਮਤਲਬ ਹੈ ਵੇ ਕਿ ਉਹ ਗੱਲ ਕਰਨ ਤੇ ਜਾਣ ਕਿੱਧਰ। ਸਮਝ ਗਿਆ। ਹਾਂਜੀ ਨਹੀਂ ਸਮਝ ਗਿਆ ਖਾਨ ਸਾਹਿਬ, ਸਾਡੇ ਕੋਲ ਹੋਰ ਹੱਲ ਕੋ ਨਹੀਂ ਨਾ, ਜਾਂ ਤੇ ਸਾਹਮਣੇ ਹੋਣਾ ਤੇ ਫਿਰ ਤੇ ਦੁਨੀਆ ਵੇਖ ਵੀ ਲਵੇਗਾ। ਮੈਂ ਨਹੀਂ ਭਰਾ ਸਾਹਿਬ ਬੋਲਦਾ, ਮੈਂ ਅੱਗੇ ਤੋਂ ਸਾਥ ਦਵਾਂਗਾ ਨਾਲ, ਬਲਕਿ ਸਮਝੇ ਮੁਲਕ ਦੀ ਗੱਲ। ਨਹੀਂ, ਜਾਂ ਤੇ ਬੰਦਾ ਸਾਥ ਨਾ ਵੀ ਦਵੇ ਤੇ ਬੰਦਾ ਸਾਈਡ ਤੇ ਹੋ ਜਾਏ, ਉਹਦੇ ਤੇ ਕੋਈ ਆਰਗੂਮੈਂਟ ਨਾ ਫਿਰ ਦਵੇ, ਬਸ ਚੁੱਪ ਹੋ ਗਏ, ਬਸ ਵੇਖੋ ਫਿਰ ਤੇਲ ਵੇਖੋ, ਤੇਲ ਦੀ ਧਾਰ ਵੇਖੋ, ਚੁੱਪ ਕਰਕੇ ਵੇਖੀਦਾ ਹੁੰਦਾ ਹੈ ਕਿ ਬੰਦਾ ਕੀ ਹੈ। ਤੁਹਾਨੂੰ ਦੱਸ ਰਿਹਾ ਨਾ ਕਿ ਅੱਜ ਮਸਰੂਰ ਦੀ ਬਰਾੜ ਤੇ ਮੈਂ 2 ਕਮੈਂਟਸ ਲਿਖੇ ਨੇ, ਉਹਨਾਂ ਨੇ ਕੋਸ਼ਿਸ਼ ਕੀਤੀ ਮੈਨੂੰ ਲੈਣ ਦੀ, ਮੈਂ ਰਿਜੈਕਟ ਕੀਤਾ, ਮੈਂ ਨਹੀਂ ਉੱਤੇ ਗਿਆ, ਸਮਝੇ? ਮੈਂ ਜਾਣਾ ਹੈਗਾ ਨਾ, ਮੈਂ ਜਾਣਾ ਹੈਗਾ, ਸਮਝੇ ਨਹੀਂ? ਉਹ ਤਾਂ ਦੰਦੀਆਂ ਵੱਢਦੇ ਨੇ ਆਪਣੇ ਹੱਥਾਂ ਨੂੰ ਕਿਸੇ ਤਰੀਕੇ ਨਾਲ। ਇੱਕ ਵਾਰੀ ਇਹ ਬਾਬਾ ਜਿਹੜਾ ਸਾਡੀ ਬਰਾੜ ਤੇ ਆਵੇ, ਸਮਝੇ ਨਹੀਂ? ਮੈਂ ਨਹੀਂ ਜਾਂਦਾ ਇਹਨਾਂ ਦੀ ਬਰਾੜ ਦੇ ਉੱਤੇ, ਲੱਖ ਲਾਨਤ ਕਰੋੜਾ ਲਾਨਤ, ਸਮਝੇ ਨਹੀਂ? ਨਹੀਂ, ਜਾਂ ਤੇ ਜਾਇਆ ਨਾ ਕਰੋ, ਥੱਲੇ ਨਹੀਂ ਬਹਿਣਾ ਤੇ ਜਾਓ ਤੇ ਡਾਇਰੈਕਟ ਫਿਰ ਕਾਲ ਠੋਕੋ, ਜਿਵੇਂ ਮੈਂ ਕਰਨਾ ਵਾ। ਕਾਲ ਠੋਕਣੀ ਹੈ ਤੇ 2 ਮਿੰਟ ਵੇਟ ਕਰਨਾ, ਅਗਰ ਤੁਹਾਡੀ ਕਾਲ ਨੂੰ ਚੱਕ ਲੈਣ ਤੇ ਠੀਕ, ਨਾ ਚੱਕਣ ਤੇ ਫਿਰ ਨਿਕਲੋ, ਬਸ 2 ਮਿੰਟ ਤੋਂ ਜ਼ਿਆਦਾ ਨਹੀਂ ਬਹਿਣਾ। ਉਹ ਇਹ ਤਰੀਕਾ ਹੈ। ਤੇ ਇਹਨਾਂ ਦੇ ਅਵਾਨਾਂ ਦੇ ਵਿੱਚ ਵੜ ਕੇ, ਇਹਨਾਂ ਦੇ ਘਰ ਦੇ ਵਿੱਚ ਵੜ ਕੇ ਇਹਨਾਂ ਨੂੰ ਲਿੱਤਰ ਫੇਰ ਕੇ ਆਣੇ ਨੇ। ਠੀਕ, ਅੱਗੇ ਤੋਂ ਕਰਾਂਗਾ ਐਸੇ ਲਿੱਤਰ ਫੇਰਾਂਗਾ, ਤੁਸੀਂ ਵੀ ਦਾਦ ਦਿਓਗੇ ਕਿ ਇਨਸ਼ਾਅੱਲਾ ਇਕਬਾਲ ਖਾਨ ਕੁਝ ਕਰਕੇ ਆਇਆ ਹੈਗਾ, ਸਮਝੇ ਨਹੀਂ? ਐਸੇ ਲਿੱਤਰ ਫੇਰਾਂਗਾ ਇਨਸ਼ਾਅੱਲਾ ਇਹਨਾਂ ਨੂੰ, ਸਮਝੇ ਨਹੀਂ? ਐਸੀ ਕਿਹੜੀ ਗੱਲ ਹੈ? ਇਸ ਤਰ੍ਹਾਂ ਦੇ ਨਾ ਕੰਜਰਾਂ ਦੀ ਕਦੇ ਬਰੋੜੇ ਤੇ ਲਾਈਵ ਗਿਆ ਹੀ ਨਾ ਮੈਂ, ਬਸ ਸਾਰੇ ਲਾਨਤ ਪਵਾ ਕੇ ਮੈਂ ਅੱਗੇ ਨਿਕਲ ਜਾਂਦਾ ਵਾਂ। ਮੇਰਾ ਹੀ ਹਿਸਾਬ ਸੀ ਨਾ, ਮੈਂ ਵੀ ਇਹੀ ਕਰਦਾ। ਇਹ ਮੋਦੀ ਸਾਹਿਬ ਤੁਹਾਡੀ ਵਜ੍ਹਾ ਤੋਂ ਅੱਜ ਦੀ ਸਾਡਾ ਮੌਜੂ ਚੇਂਜ ਹੋ ਗਿਆ। ਸਾਡਾ ਸਾਡੀਆਂ ਜਾਨਾਂ ਜਾਂਦੀਆਂ ਨੇ ਨਾ ਪਈਆਂ, ਸਾਡੀਆਂ ਜਾਨਾਂ ਹੀ ਹਜ਼ੂਰ ਵਾਸਤੇ ਤੇ ਆਪਣੀ ਉਮਹਾਤੁਲ ਮੋਮਿਨੀਨ ਵਾਸਤੇ, ਸਹਾਬਾ ਵਾਸਤੇ, ਸਾਡੇ ਬਾਬੇ ਬਜ਼ੁਰਗਾਂ ਵਾਸਤੇ ਸਾਡੀਆਂ ਜਾਨਾਂ ਨੇ। ਜੇ ਸਾਡੀ ਮਤਲਬ ਸਾਡੇ ਬਾਬੇ ਬਜ਼ੁਰਗ ਸਾਡੇ ਸਿਰ ਦੇ ਤਾਜ, ਜਿਨ੍ਹਾਂ ਦੇ ਅਸੀਂ ਗੁਲਾਮ, ਜਿਨ੍ਹਾਂ ਦੇ ਅਸੀਂ ਨੌਕਰ, ਜਿਨ੍ਹਾਂ ਦੇ ਅਸੀਂ ਘਰ ਦੇ ਦਰ ਦੇ ਗੁਲਾਮ ਤੇ ਨੌਕਰ ਤੇ ਅਸੀਂ ਹਕੀਰ ਤੇ ਜ਼ਲੀਲ, ਜਿਨ੍ਹਾਂ ਦੇ ਘਰ ਦੇ, ਤੇ ਉਹਨਾਂ ਦੀ ਇੱਜ਼ਤਾਂ ਦੇ ਉੱਤੇ ਜਦੋਂ ਹਮਲੇ ਹੋਣਗੇ, ਸਾਡੀਆਂ ਜਾਨਾਂ ਫਿਰ ਕਿਸ ਕਾਬਲ ਜਨਾਬ? ਜਿਨ੍ਹਾਂ ਦੇ ਗੁਲਾਮਾਂ ਦੇ ਗੁਲਾਮ ਹੈ ਜੀ।
ਹਾਂ ਕੋਈ ਗੱਲ ਨਹੀਂ, ਕੀ ਹੈ ਉਹਨਾਂ ਦੇ ਮੁਕੱਦਰ ਚ ਜੋ ਫਲਸਤੀਨੀਆਂ ਦੇ ਹੈ ਵੇ, ਅੱਲਾ ਉਹਨਾਂ ਨੂੰ ਮਤਲਬ ਉਹਨਾਂ ਨੂੰ ਵੱਡੇ ਰੁਤਬੇ ਦੇਵੇ, ਉਹਨਾਂ ਦੇ ਜੋ ਮੁਕੱਦਰ ਚ ਹੋਣਾ ਹੀ ਹੋਣਾ ਹੈ। ਹਾਂਜੀ ਠੀਕ ਹੈ, ਅਸੀਂ ਉਹਦੀ ਵੀ ਮੁਜ਼ੰਮਤ ਕਰਨੇ ਆ, ਲੇਕਿਨ ਇਹ ਵੇ ਕਿ ਨਾ ਅਸੀਂ ਆਪਣਾ ਮੌਜੂ ਨਹੀਂ ਛੱਡਾਂਗੇ, ਆਪਣਾ ਮੌਜੂ ਨਹੀਂ, ਮੌਜੂ ਆਪਣਾ ਨੱਪ ਕੇ ਰੱਖਣਾ, ਅਸੀਂ ਆਪਣਾ ਜਿਹੜਾ ਗੋਸ਼ ਹੈ ਵੇ ਉਹਨੂੰ ਨਹੀਂ ਛੱਡਣਾ ਸੀ। ਬਿਲਕੁਲ ਠੀਕ ਹੈ। ਭਾਰ ਮੁਫਤੀ ਸਾਹਿਬ ਇਹ ਸਦਾਬਹਾਰ ਕੰਮ ਪੈ ਚੱਲਦਾ ਹੈ। ਮੁਫਤੀ ਸਾਹਿਬ ਇਹਨਾਂ ਦਾ ਤਾਂ ਉਹ ਹਾਲ ਹੈ ਜਿਹੜਾ ਸਾਡੇ ਪੰਜਾਬੀ 'ਚ ਕਹਿੰਦੇ ਹੁੰਦੇ, ਕਹਿੰਦੇ ਬਸ਼ਰਮ ਦੇ ਟੋਏ ਤੇ ਰੁੱਖ ਜੰਮਿਆ, ਉਹ ਕਹਿੰਦਾ ਘੜੀ ਛਾਵੇਂ ਬੈਠਾਂਗਾ, ਸਮਝੇ ਨਹੀਂ, ਹੋਰ ਹਿਸਾਬ ਕੁਛ ਨਹੀਂ ਇਹਨਾਂ ਦਾ। ਵੈ ਕਿ ਹਰ ਚੀਜ਼ ਦੇ ਆਪਣੇ ਆਪਣੇ ਮੌਜੂਆਤ ਨੇ ਨਾ ਜੀ। ਸਿਆਸਤਦਾਨ ਨੇ ਉਹ ਵੇਖੋ ਤੁਸੀਂ, ਕਦੀ ਇਹ ਹੁਕਮ ਕਿਤੇ ਟੀਵੀ ਚੈਨਲਾਂ ਤੇ ਨਹੀਂ ਕਿਸੇ ਨੇ ਲਾਇਆ, ਉਹ ਵੀ ਤੇ ਨਹੀਂ 24 ਘੰਟੇ ਬਹਿ ਕੇ ਫਲਸਤੀਨ ਦੀਆਂ ਗੱਲਾਂ ਤੇ ਨਹੀਂ ਕਰ ਰਹੇ। ਉਹ ਤੇ ਸਿਆਸਤ ਵੀ ਬੜੀ, ਉੱਥੇ ਆਪਣੀਆਂ ਗੱਪਾਂ ਮਾਰਦੇ ਜੇ ਪਏ, ਉਹਦੇ ਆਪਣੇ ਖਿੱਚਾ ਧਰੋਈ ਲੱਗੀ ਪਈ ਏ। ਤੇ ਇੱਥੇ ਤੁਸੀਂ ਟਿਕਟਾਕ ਨੂੰ ਵੇਖ ਲਵੋ, ਟਿਕਟਾਕ ਦੇ ਕੁੜੀਆਂ ਮੁੰਡੇ ਲੱਗੇ ਜੇ ਜੋ ਠੁਮਕੇ ਮਾਰਨ, ਤੇ ਜੋ ਮੁੰਡੇ ਪਨਿਸ਼ਮੈਂਟਾਂ ਦੇ ਵਿੱਚ ਕੁੜੀਆਂ ਦੇ ਕੋਲੋਂ ਜ਼ਲੀਲ ਤੇ ਲਿੱਤਰ ਖਾਂਦੇ ਜੇ ਪਏ, ਜੋ ਹਰ ਇੱਕ ਲੱਗਾ ਹੈ, ਬਸ ਆਪਣੇ ਆਪਣੇ ਹਿਸਾਬ ਕਿਤਾਬ ਸਿੱਧੇ ਹੋਏ ਨੇ। ਤੇ ਜਿਹਦਾ ਜੋ ਮਿਸ਼ਨ ਉਹਨੇ ਕਰਨਾ ਹੀ ਕਰਨਾ ਭਾਜੀ, ਉਹਨੇ ਰੁਕਣਾ ਨਹੀਂ ਆਪਣੇ ਮਿਸ਼ਨ ਤੋਂ। ਤੇ ਬਹਰਹਾਲ ਅਸੀਂ ਤੇ ਮਿਸ਼ਨ ਇੱਕ ਮੁਸਤਕਿਲ ਫੜਿਆ ਹੈ, ਵੱਡਾ ਮਿਰਜ਼ਾ ਤੇ ਛੋਟੇ ਮਿਰਜ਼ੇ ਦੀ ਲਿੱਤਰ ਪਰੇਡ ਉਹ ਜਾਰੀ ਰੱਖਣੀ ਹੈ, ਭਾਵੇਂ ਦੁਨੀਆ ਦੀ ਜਿਹੜੀ ਪੂਰਾ ਆਸਮਾਨ ਵੀ ਥੱਲੇ ਡਿੱਗ ਪਏਗਾ, ਅਸੀਂ ਇਹ ਕੰਮ ਰੁਕਣਾ ਨਹੀਂ। ਕਮ ਅਜ਼ ਕਮ ਮੁਬਸ਼ਰ ਸ਼ਾਹ ਦੀ ਜਿੰਨਾ ਤੱਕ ਜਾਨ ਚ ਜਾਨ ਹੈ, ਸਾਹ ਚ ਸਾਹ ਹੈ, ਇਹ ਪੁੱਤਰ ਕੰਮ ਨਹੀਂ ਕਦੀ ਰੁਕਣਾ ਨਾ। ਭਾਵੇਂ ਸਾਰੀ ਦੁਨੀਆ ਕਤਲ ਹੋ ਜਾਏ ਤੇ ਸ਼ਹੀਦ ਹੋ ਜਾਏ, ਸਾਨੂੰ ਕੋਈ ਨਹੀਂ, ਜਿਹਦੇ ਜੋ ਮੁਕੱਦਰ ਚ ਫਿਰ ਉਹ ਹੋਣਾ ਹੀ ਹੋਣਾ, ਅਸੀਂ ਕੀ ਕਰ ਸਕਨੇ। ਅੱਲਾ ਸ਼ਹੀਦਾਂ ਨੂੰ ਅੱਲਾ ਗਰੀਕੇ ਰਹਿਮਤ ਕਰੇ। ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਤੁਹਾਨੂੰ ਹੋਈ ਹੈ, ਉਹਨਾਂ ਨੇ ਕਿਹਾ ਕਿ ਮੁਬਸ਼ਰ ਬੈਠਾ ਕਿਉਂ ਹੈ, ਉੱਠ, ਸਮਝਿਆ ਨਹੀਂ, ਗੱਲ ਹੀ ਮੁੱਕ ਗਈ। ਮੁਫਤੀ ਸਾਹਿਬ we are going to follow you, ਖਤਮ ਕਰਦੇ ਅਸੀਂ ਤੁਹਾਨੂੰ ਫੋਲੋ ਕਰ ਰਹੇ, ਅਸੀਂ ਨਹੀਂ ਛੱਡਦੇ ਇਨਸ਼ਾਅੱਲਾ ਹੁਣ ਅੱਗੇ ਤੋਂ। ਬਾਬਾ ਜੀ ਇਹੀ ਗੱਲਾਂ ਨੇ ਨਾ, ਇਹੋ ਹੀ ਹੈ ਬਿਲਕੁਲ ਗੱਲ। ਹੈ ਵੇ ਕਿ ਸਾਡੇ ਬਜ਼ੁਰਗ, ਸਾਡੇ ਬਾਬੇ ਸਾਨੂੰ ਜਦੋਂ ਖੁਦ ਮਤਲਬ ਅੱਲਾ ਨੇ ਕਿਹਾ ਕਿ ਇਹਦੀਨ ਸਿਰਾਤ ਅਲ ਮੁਸਤਕੀਮ ਸਿਰਾਤ ਅੱਲਾਜ਼ੀਨਾ ਅਨਅਮਤਾ ਅਲੈਹਿਮ, ਅੱਲਾ ਮੈਨੂੰ ਸਿੱਧੇ ਰਸਤੇ ਤੇ ਚਲਾ ਦੇ। ਸਿੱਧਾ ਰਸਤਾ ਕਿੰਨਾ ਦਾ? ਇਹਨਾਂ ਬਾਬਿਆਂ ਦਾ ਰਸਤਾ, ਜਿਨ੍ਹਾਂ ਦੇ ਉੱਤੇ ਤੇਰਾ ਇਨਾਮ ਹੋਇਆ। ਉਹ ਬਾਬੇ ਬਜ਼ੁਰਗ ਹੀ ਨਹੀਂ, ਅਗਰ ਉਹਨਾਂ ਦੀਆਂ ਇੱਜ਼ਤਾਂ ਹੀ ਨਹੀਂ ਤੇ ਫਿਰ ਤੇ ਅਸੀਂ ਤੇ ਕੁਝ ਵੀ ਨਹੀਂ ਨਾ, ਕੁਝ ਵੀ ਨਹੀਂ, ਫਿਰ ਕੀ ਅਸੀਂ? ਫਿਰ ਸਾਡੀਆਂ ਜ਼ਿੰਦਗੀਆਂ ਦੇ ਤੋਹਫੇ ਯਾਰ, ਏਡੇ ਏਡੇ ਬੁਰਛੇ ਬਣੇ ਆ, ਅਸੀਂ ਖਾ ਪੀ ਕੇ ਡਕਾਰ ਵੀ ਨਹੀਂ ਮਾਰਿਆ ਹੈ, ਕੋਠੀਆਂ ਬੰਗਲਾਂ ਕਾਰੇ ਜੋ ਮੰਗਿਆ ਸੀ ਰੱਬ ਸੋਨੇ ਕੋਲੋਂ ਸਾਨੂੰ ਮਿਲਿਆ, ਉਹਨੇ ਦਿੱਤਾ। ਤੇ ਉਹਦੇ ਬੰਦਿਆਂ ਦੇ ਇੱਜ਼ਤਾਂ ਦੇ ਉੱਤੇ ਹਮਲੇ ਹੋਣ ਤੇ ਅਸੀਂ ਜਿਹੜੇ ਬਸ ਮਸਤ ਹੋ ਕੇ ਤੇ ਟੁੰਨ ਹੋ ਜਾਈਏ ਹੈ? ਨਹੀਂ ਭਾਈ, ਸਾਡੇ ਕੋਲ ਇੰਜ ਕੰਮ ਸਾਡੇ ਕੋਲ ਨਹੀਂ ਹੁੰਦੇ। ਮੁਫਤੀ ਸਾਹਿਬ ਫਿਰ ਮਾਨ ਕਿੱਧਰ ਗਿਆ? ਹਾਂ ਸਾਡੇ ਕੋਲ ਨਹੀਂ ਇੰਜ ਦੇ ਕੰਮ ਹੁੰਦੇ, ਬਿਲकुल नहीं। हाँ अली खान साहब वेलकम हो गया, काशिफ भाई वेलकम हो गया आपका भी। ਉਹਨਾਂ ਮਤੀਨ ਖਾਲਦ ਸਾਹਿਬ ਨੇ ਇੱਕ ਵਾਕਿਆ ਸੁਣਾਇਆ, ਆਂਦੇ ਮੈਂ ਨਾ ਗਾਜ਼ੀ ਇਲਮੁਦੀਨ ਸ਼ਹੀਦ ਰਹਿਮਤੁल्लाह ਅਲੈਹ ਦੇ ਮਜ਼ਾਰ ਤੇ ਗਿਆ ਤੇ ਰਾਤ ਦਾ ਟਾਈਮ ਸੀ। ਜਿਹੜੇ ਦੋਸਤ ਗਏ ਹੋਣਗੇ ਉਹਨਾਂ ਨੂੰ ਪਤਾ ਹੋਏਗਾ, ਉਹ ਭੀੜੀ ਜੀ ਗਲੀ ਹੈ ਕਬਰਸਤਾਨ ਦੇ ਵਿੱਚ, ਤੇ ਉੱਥੋਂ ਇੱਕ ਫਿਰ ਗਲੀ ਨਿਕਲਦੀ ਏ ਤੇ ਉੱਥੇ ਨਾ ਗਾਜ਼ੀ ਪਾਕ ਰਹਿਮਤੁल्लाह ਅਲੈਹ ਦਾ ਮਜ਼ਾਰ ਹੈ। ਮਤੀਨ ਸਾਹਿਬ ਫਰਮਾਉਂਦੇ ਨੇ ਉੱਥੇ ਨਾ ਮੈਂ ਜੋ ਗੱਡੀ ਸਾਈਡ ਤੇ ਲਾਈ ਤੇ ਇੱਕ ਨਾ ਉਹ ਪੋਡਰੀ ਨਹੀਂ ਹੁੰਦੇ, ਪੋਡਰੀ ਜਹਾਜ਼ ਜਿਹਨਾਂ ਨੂੰ ਜਹਾਜ਼ ਕਹਿੰਦੇ ਹੋ, ਉਹ ਜਹਾਜ਼ ਫਟੇ ਪੁਰਾਣੇ ਕੱਪੜੇ ਤੇ ਬਾਲ ਉਹਦੇ ਬਿਖਰੇ ਤੇ ਫੁੱਲ ਟੁੰਨ, ਅੱਖਾਂ ਵੀ ਉਹਦੀਆਂ ਨਾ ਖੁੱਲਣ ਪਈਆਂ ਤੇ ਇੰਜ ਟੁਰਦਾ ਹੈ ਪਿਆ ਤੇ ਡਗਮਗਾ ਕੇ ਟੁਰਦਾ ਸੀ ਪਿਆ। ਤੇ ਜਦੋਂ ਗਾਜ਼ੀ ਪਾਕ ਦੇ ਮਜ਼ਾਰ ਦੇ ਕੋਲੋਂ ਦੀ ਗੁਜ਼ਰ ਹੋਇਆ ਨਾ ਤੇ ਮਤੀਨ ਸਾਹਿਬ ਫਰਮਾਉਂਦੇ ਨੇ ਕਿ ਮੈਂ ਉਹਦੀ ਸ਼ਕਲ ਵੇਖੀ ਤੇ ਉਹਦੇ ਮੂੰਹ ਦੇ ਵਿੱਚੋਂ ਜੋ ਅਲਫਾਜ਼ ਨਿਕਲੇ ਮੈਂ ਵੇਖੇ, ਮੈਂ ਉਹ ਖਲੋ ਗਿਆ, ਆਂਦੇ ਮੈਂ ਰੁਕ ਗਿਆ, ਮੈਂ ਬਸ ਮੁਲਾਹਜ਼ਾ ਕਰ ਰਿਹਾ ਕਿ ਕੀ ਕਹਿੰਦਾ ਹੈ ਪਿਆ। ਆਂਦੇ ਨੇ ਜਨਾਬ ਉਹਨੇ ਇੰਜ ਹੱਥ ਜੋੜ ਕੇ ਗਾਜ਼ੀ ਪਾਕ ਦੇ ਮਜ਼ਾਰ ਦੀ ਤਰਫ ਤੇ ਇੰਜ ਜਨਾਬ ਭੰਗੜਾ ਪਾ ਕੇ ਜਨਾਬ ਕਹਿੰਦਾ ਹੈ ਪਿਆ, ਆਂਦਾ ਗਾਜ਼ੀ ਪਾਕ, ਉਹ ਗਾਜ਼ੀ ਪਾਕ ਤੁਸੀਂ ਹਜ਼ੂਰ ਦੀਆਂ ਇੱਜ਼ਤਾਂ ਵਾਸਤੇ ਸ਼ਹੀਦ ਹੋਏ ਹੋ, ਜਾਨ ਦਿੱਤੀ ਜੇ,
ਫਾਇ ਲੱਗੇ ਉਹ ਹਜ਼ੂਰ ਦੀ ਇੱਜ਼ਤ ਵਾਸਤੇ ਗਾਜ਼ੀ ਪਾਕ ਤੁਹਾਨੂੰ ਸਲਾਮ। ਉਹ ਮੇਰਾ ਗਾਜ਼ੀ ਪਾਕ ਤੁਹਾਨੂੰ ਸਲਾਮ। ਮਤੀਨ ਸਾਹਿਬ ਫਰਮਾਉਂਦੇ ਨੇ ਮੈਂ ਉਹਦੀ ਕੈਫੀਅਤ ਵੇਖ ਕੇ ਇਹ ਜਿੰਨੇ ਲਾਹੌਰ ਦੇ ਹੋਸ਼ਮੰਦ ਸਨ ਤੇ ਅਕਲਮੰਦ ਸਨ, ਉਹ ਮੈਂ ਕਿਹਾ ਅੱਜ ਤੁਸੀਂ ਮੈਨੂੰ ਇਸ ਇੱਕ ਜਿਹੜਾ ਅਕਲ ਤੋਂ ਆ ਰਹੀ ਏ, ਉਹ ਇੱਕ ਜਿਹੜਾ ਨਸ਼ਈ ਏ, ਤੁਸੀਂ ਦਿਲ ਕਰਦਾ ਮੈਂ ਤੁਹਾਨੂੰ ਸਾਰਿਆਂ ਨੂੰ ਇਹਦੇ ਤੇ ਕੁਰਬਾਨ ਕਰ ਦਿਆਂ। ਉਹ ਸਭ ਤੋਂ ਨੰਬਰ ਲੈ ਗਏ ਕਿ ਮਸਤ ਹੈ, ਬਿਲਕੁਲ ਮਸਤ ਹੈ। ਉਹਦਾ ਤੇ ਉਹਦਾ ਅੱਲਾ ਦਾ ਮਾਮਲਾ, ਜੋ ਉਹਨੇ ਗੁਨਾਹ ਕੀਤਾ ਜਾਂ ਜੋ ਵੀ ਉਹ ਗੁਨਾਹ ਕਰ ਰਿਹਾ ਹੈ, ਲੇਕਿਨ ਉਹਦੀ ਅੱਲਾ ਰਸੂਲ ਨਾਲ ਜਿਹੜੀ ਮੁਹੱਬਤ ਹੈ ਉਹਨੂੰ ਵੇਖੋ ਜ਼ਰਾ ਤੁਸੀਂ। ਉਹ ਯਾਰ ਅਸੀਂ ਭਾਵੇਂ ਦੁਨੀਆ ਦੇ ਬਦਤਰੀਨ ਇਨਸਾਨ ਹੋ ਜਾਈਏ ਯਾਰ, ਕੋਈ ਨਮਾਜ਼ ਨਹੀਂ, ਕੋਈ ਰੋਜ਼ਾ ਨਹੀਂ, ਅਸੀਂ ਇੱਕ ਨੰਬਰ ਤੇ ਰਾਸ਼ੀ ਹੋ ਜਾਈਏ, ਸੂਦੀ ਹੋ ਜਾਈਏ, ਅਸੀਂ ਜ਼ਾਨੀ ਹੋ ਜਾਈਏ, ਸ਼ਰਾਬੀਏ ਹੋ ਜਾਈਏ, ਚੋਰ ਠੱਗ ਕਾਤਲ ਜੋ ਵੀ ਦੁਨੀਆ ਦੇ ਗੁਨਾਹ ਨੇ ਹੋ ਜਾਈਏ, ਕੋਈ ਗੱਲ ਨਹੀਂ। ਉਹ ਸਾਡਾ ਅੱਲਾ ਦਾ ਤੇ ਬੰਦੇ ਦਾ ਮਾਮਲਾ ਹੈ। ਲੇਕਿਨ ਹਜ਼ੂਰ ਤੇ ਹਜ਼ੂਰ ਦੇ ਗੁਲਾਮਾਂ ਦੇ ਅਸੀਂ ਕਦੀ ਵੀ ਗੁਸਤਾਖ ਨਹੀਂ ਹੋ ਸਕਦੇ ਬਈ ਨਾ। ਰਾਲੇ ਨਬੀ ਦੇ ਉੱਤੇ ਹਾਂ ਉਹੀ ਨਾ, ਉਹੀ ਹੈ ਸਾਡੇ ਸਿਰਾਂ ਦੇ ਤਾਜ ਨੇ ਯਾਰ। ਬਿਲਕੁਲ ਬਿਲਕੁਲ ਬਾਬਾ ਜੀ ਇਹ ਸਾਡੇ ਸਿਰਾਂ ਦੇ ਤਾਜ ਨੇ। ਬੇਸ਼ੱਕ ਖੁਦਾ ਮੈਂ ਤੁਹਾਨੂੰ ਸਾਰੇ ਗੁਨਾਹ ਅਸੀਂ ਕਰ ਸਕਨੇ ਆ, ਇਨਸਾਨ ਅਸੀਂ, ਕੋਈ ਗੱਲ ਨਹੀਂ। ਫਿਰ ਕੀ ਹੋਇਆ, ਉਹ ਸਾਡਾ ਮਾਲਕ ਦਾ ਮਾਮਲਾ ਹੈ, ਕਰ ਲਾਂਗੇ ਉਹਨਾਂ ਨਾਲ ਜਾ ਕੇ ਤੈਅ ਹਿਸਾਬ ਕਿਤਾਬ ਕਰ ਲਾਂਗੇ। ਲੇਕਿਨ ਅਸੀਂ ਅੱਲਾਹ ਤਾਲਾ ਜੀ ਤੇ ਹਜ਼ੂਰ ਜੀ ਗਵਾਹ ਰਿਹਾ ਅੱਜ ਅਸੀਂ ਤੁਹਾਡੇ ਗੁਲਾਮਾਂ ਦੇ ਵੀ ਗੁਸਤਾਖ ਨਹੀਂ ਜੇ। ਅਸੀਂ ਤੇ ਨੌਕਰ, ਇਹਦੇ ਜੁੱਤੀਆਂ ਚੁੱਕ ਕੇ ਉਹਨਾਂ ਦੀਆਂ ਆਪਣੇ ਸਿਰਾਂ ਤੇ ਰੱਖਣ ਵਾਲੇ। ਮੁਫਤੀ ਸਾਹਿਬ ਇੱਥੇ ਮੈਂ ਗੱਲ ਕਰਾਂਗਾ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ, ਗਾਜ਼ੀ ਇਲਮਦੀਨ ਸ਼ਹੀਦ ਦੀ ਗੱਲ ਤੁਸੀਂ ਕੀਤੀ ਹੈ। ਜਦੋਂ ਉਹ ਸ਼ਹੀਦ ਹੋ ਰਿਹਾ ਸੀ ਨਾ, ਉਦੋਂ ਮਿਰਜ਼ਾ ਕੁੱਤੇ ਦਾ ਬੱਚਾ ਆਰੀਆ ਧਰਮ ਲਿਖ ਰਿਹਾ ਸੀ। ਉਹ ਆਰੀਆ ਧਰਮ ਉਹ ਹਿੰਦੂਆਂ ਵੱਲ ਵੇਖ ਕੇ ਨਹੀਂ ਲਿਖਦਾ ਪਿਆ, ਇਹ ਨਿੱਛੂ ਵੱਲ ਵੇਖ ਕੇ ਲਿਖਦਾ ਸੀ ਪਿਆ। ਉਹ ਨਾ ਜੱਜੇ ਦੀ ਮਾਂ ਜਿਹੜੀ ਨੰਗੀ ਹੋਈ ਸੀ ਨਾ ਉਹਦੇ ਹੁਜਰੇ ਦੇ ਵਿੱਚ, ਜਿਹਨੇ ਤੰਬੀ ਲਾ ਦਿੱਤੀ ਸੀ, ਉਹ ਜੱਜੇ ਦੀ ਮਾਂ ਸੀ ਨਾ, ਤੇ ਉਹਦੇ ਸੁਰਾਖ ਨੂੰ ਵੇਖ ਕੇ ਲਿਖਦਾ ਸੀ ਪਿਆ। ਹਾਂਜੀ ਮੁਫਤੀ ਸਾਹਿਬ ਜੱਜੇ ਦੀ ਮੈਂ ਕਹਾਣੀ ਸੁਣਾ ਛਣਾ ਕਿ ਜੱਜਾ ਇੱਕ ਪਿੰਡ ਗਿਆ ਸੀ ਸ਼ਾਦੀ ਦਾ ਸੁਨੇਹਾ ਦੇਣ। ਇਹਦੀਆਂ ਦੋ ਫੁੱਫੀਆਂ ਸਨ, ਠੀਕ ਹੈ, ਇੱਕ ਸੀ ਮੁਸਲਮਾਨ ਤੇ ਇੱਕ ਕਾਦੀਆਨੀ ਮਰਜ਼ਈ ਸੀ, ਠੀਕ ਹੈ। ਤੇ ਜਦੋਂ ਗਏ ਨੇ ਨਾ ਉੱਥੇ, ਤੇ ਜਨਾਬ ਪੂਰੇ ਪਿੰਡ ਨੇ ਕਿਹਾ ਕਿ ਮਿਰਜ਼ੇ ਤੇ ਲਾਹਨਤ ਪਾਓ। ਇਹ ਹਕੀਕੀ ਵਾਕਿਆ ਜੇ। ਇੱਕ ਬੰਦਾ ਇੱਥੇ ਮੇਰੀ ਬਰੋਡ ਦੇ ਉੱਤੇ ਆਂਦਾ ਵੇ, ਉਹਨੇ ਮੈਨੂੰ ਦੱਸਿਆ, ਕਹਿੰਦਾ ਜੱਜਾ ਤੂੰ ਮੇਰੇ ਨਾਲ ਕਦੀ ਬਹਿ, ਤੈਨੂੰ ਮੈਂ ਤੇਰੇ ਪਿੰਡ ਦਾ ਨਾਂ ਦੱਸਣਾ, ਜਿਹੜੇ ਤੂੰ ਵੱਡੇ ਲੋਕੀ ਭੇਜੇ ਸਨ ਉਹਨਾਂ ਨੂੰ ਮੈਂ ਬਚਾਇਆ ਸੀ, ਬੱਚਿਆਂ ਕੋਲੋਂ ਪੱਥਰ ਮਰਵਾਏ ਸਨ ਉਹ ਲੋਕ ਉਸ ਪਿੰਡ ਵਾਲਿਆਂ ਨੇ, ਠੀਕ ਹੈ। ਤੇਰੇ ਵੱਡਿਆਂ ਨੂੰ, ਤੈਨੂੰ ਨਹੀਂ, ਤੇਰੇ ਵੱਡਿਆਂ ਨੂੰ ਜਦੋਂ ਨਾ ਮਿਰਜ਼ੇ ਤੇ ਲਾਹਨਤ ਨਹੀਂ ਸੀ ਪਾਈ ਤੇ ਉੱਥੋਂ ਛਾਲਾਂ ਵੱਜੀਆਂ। ਇਹ ਜੱਜੇ ਦੀ ਔਕਾਤ ਜੇ। ਓਏ ਇਹਨਾਂ ਨੂੰ ਅਸੀਂ ਉਂਝ ਮੈਂ ਨਾਲ ਲਿਤਰਾਂ ਥੱਲੇ ਰੱਖ ਲੈਣਾ। ਹੁਣ ਤੁਸੀਂ ਵੇਖੋ ਸਹੀ, ਸਾਡੇ ਆਉਣ ਵਾਲੀਆਂ ਸਟਰੀਮਾਂ ਹੁਣ ਕਹਿੰਦੀਆਂ ਹੁੰਦੀਆਂ ਨੇ, ਉਹ ਕਾਦੀਆਨੀਓ ਤੁਹਾਡੀ ਐਸੀ ਦੀ ਤੈਸੀ ਭਾਈ, ਤੁਸੀਂ ਸਾਨੂੰ ਜਿੰਨਾ ਤੱਕ ਗਾਲ ਕੱਢੀ ਤੇ ਅਸੀਂ ਚੁੱਪ ਰਹੇ, ਤੁਸੀਂ ਹੁਣ ਸਾਡੇ ਬਾਬਿਆਂ ਦੇ ਆ ਗਏ ਹੋ, ਤੁਹਾਡੀ ਐਸੀ ਦੀ ਤੈਸੀ। ਨਹੀਂ ਹੁਣ ਲਤਾੜਾਂਗੇ ਇਨਸ਼ਾਅੱਲਾ, ਐਸੀ ਕਿਹੜੀ ਗੱਲ। ਇਜਾਜ਼ਤ ਹੋਏ ਤੇ ਇੱਕ ਨਜ਼ਮ ਹੈ ਦੇ ਵਾਸਤੇ। ਬਿਲਕੁਲ ਨਜ਼ਮ ਸੁਣਾਓ, ਤੇ ਮੈਨੂੰ ਥੋੜੀ ਦੇਰ ਵਾਸਤੇ ਇਜਾਜ਼ਤ ਚਾਹੀਦੀ ਹੋਏਗੀ ਤੇ ਮੈਂ ਵਾਪਸ ਇਨਸ਼ਾਅੱਲਾ ਤਾਲਾ। ਹਾਂਜੀ ਆਪ ਤਸ਼ਰੀਫ ਰਖੋ। ਨੋ ਪ੍ਰੋਬਲਮ।